ਵਾਹਿਗੁਰੂ ਸਾਹਿਬ ਜੀ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਘਾਟ ਘਾਟ ਅੰਤਰ ਰਵ ਰਹਿਆ ਬਨਵਾਰੀ, ਜਲ ਥਲ ਮਹੀਅਲ ਗੁਪਤੋ ਵਰਤੈ। ਗੁਰ ਸਬਦੀ ਦੇਖ ਨਿਹਾਰੀ ਜੀਓ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸੁਕਾਉ ਅਟਲ ਗੁਰ ਸੇਵੀਐ, ਐਨਸ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖੁਸੰਮਦੀ, ਪੂਰੇ ਅਰਸੋਂ ਕੁਰਸੋਂ ਛਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਉਂ ਕਰ ਬਾਦਾ ਸਰਪਨ ਖਾਦਾ, ਕਿਉਂ ਕਰ ਖੋਇਆ ਕਿਉਂ ਕਰ ਲਾਦਾ। ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ। ਇਹੋ ਤਤ ਵਿਚਾਰੇ ਸੋ ਗੁਰੂ ਹਮਾਰਾ। ਕਿਉਂ ਕਰ ਬਾਦਾ ਸਰਪਨ ਖਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਨੇ। ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤੇ। ਇਸ ਵੇਲੇ ਸਤਿਗੁਰੂ ਜੀ ਲੜੀਵਾਰ ਕਥਾ ਦੇ ਅੰਦਰ ਸਾਨੂੰ ਦਾਤ ਬਖਸ਼ਿਸ਼ ਕਰ ਰਹੇ ਨੇ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਿਉਂ ਕਰ ਬਾਦਾ ਸਰਪਨ ਖਾਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ।
ਭਾਈ ਲਹਿਣਾ ਸਾਹਿਬ, ਬਾਬਾ ਬੁੱਢਾ ਸਾਹਿਬ ਵਰਗੇ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਸਿੱਧਾਂ ਦੇ ਨਾਲ ਸਮੇਰ ਪਰਬਤ 'ਤੇ ਮਿਲੇ ਹੋ, ਉਹਨਾਂ ਨਾਲ ਕੀ ਵਿਚਾਰ ਗੋਸ਼ਟੀ ਹੋਈ ਹੈ, ਕਿਰਪਾ ਕਰਕੇ ਆਪ ਜੀ ਸਾਨੂੰ ਦੱਸੋ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹ ਬਚਨ ਸੁਣ ਕੇ ਇਹਨਾਂ ਗੁਰਸਿੱਖਾਂ ਦੇ ਤੇ ਉਸ ਵੇਲੇ ਬਾਣੀ ਬਖਸ਼ਿਸ਼ ਕੀਤੀ ਹੈ। ਇਸ ਬਾਣੀ ਦਾ ਨਾਮ ਸਿੱਧ ਗੋਸ਼ਟ ਹੈ। ਸਿੱਧਾਂ ਦੇ ਨਾਲ ਗੋਸ਼ਟ ਹੋਈ ਹੈ, ਵਿਚਾਰ ਹੋਈ ਹੈ। ਇਸ ਬਾਣੀ ਨੂੰ ਆਪਾਂ ਸਰਵਨ ਕਰ ਰਹੇ ਹਾਂ। ਇਹ ਸ਼ਬਦ ਅੱਜ 939 ਅੰਗ ਦੇ ਉੱਪਰ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਸ ਗੁਰਬਾਣੀ ਦੀਆਂ ਪਿੱਛੇ ਆਪਾਂ ਜਿਹੜੀਆਂ ਹਨ ਉਹ 13 ਪੌੜੀਆਂ ਸਰਵਨ ਕਰ ਲਈਆਂ ਨੇ। ਸਿੱਧ ਸਵਾਲ ਕਰਦੇ ਨੇ, ਮਹਾਰਾਜ ਸਾਹਿਬ ਜੀ ਜਵਾਬ ਦਿੰਦੇ ਨੇ। ਸੋ ਅੱਜ ਇਹ 14ਵੀਂ ਪੌੜੀ ਜਿਹੜੀ ਹੈ, ਇਹਦੇ ਵਿੱਚ ਸਿੱਧਾਂ ਨੇ ਸਤਿਗੁਰੂ ਜੀ ਨੂੰ 6 ਸਵਾਲ ਕੀਤੇ ਨੇ। ਕਿਹੜੇ ਕਿਹੜੇ ਸਵਾਲ ਨੇ ਪਹਿਲਾਂ ਆਪਾਂ ਉਹ ਸਰਵਨ ਕਰਾਂਗੇ। ਫਿਰ ਇਹਨਾਂ ਸਵਾਲਾਂ ਦੇ ਮਹਾਰਾਜ ਨੇ ਉੱਤਰ ਕੀ ਦਿੱਤੇ ਨੇ, ਫਿਰ ਉਹ ਬਚਨ ਸਰਵਨ ਕਰਾਂਗੇ। ਮਹਾਰਾਜ ਫਰਮਾਉਂਦੇ ਹਨ, ਕਿਉ ਕਰ ਬਾਦਾ ਸਰਪਨ ਖਾਦਾ। ਇੱਕ ਸਿੱਧ ਨੇ ਆ ਕੇ ਪੁੱਛਿਆ, ਮਹਾਰਾਜ ਇਹ ਜਿਹੜਾ ਜੀਵ ਹੈ ਇਹ ਕਿਸ ਤਰ੍ਹਾਂ ਬੱਝਾ ਹੈ ਸੰਸਾਰ ਦੇ ਵਿੱਚ। ਆਪਾਂ ਵੀ ਜੀਵ ਆ ਨਾ, ਆਪਾਂ ਵੀ ਬੱਝੇ ਹੋਏ ਹਾਂ। ਇਹ ਸਾਡਾ ਵੀ ਸਵਾਲ ਹੈ ਵੀ ਅਸੀਂ ਸੰਸਾਰ ਵਿੱਚ ਬੱਝੇ ਕਿਸ ਤਰ੍ਹਾਂ ਹਾਂ। ਇਹ ਜੀਵ ਬੱਝਾ ਕਿਉਂ ਹੈ, ਦੁਨੀਆ 'ਚੋਂ ਮੁਕਤ ਕਿਉਂ ਨਹੀਂ ਹੁੰਦਾ ਹੈ। ਉਹ ਇਹ ਪਹਿਲਾ ਸਵਾਲ ਪੁੱਛਿਆ ਹੈ ਕਿ ਸਿੱਧ ਨੇ, ਮਹਾਰਾਜ ਜੀ ਮੇਰਾ ਸਵਾਲ ਇਹ ਹੈ ਵੀ ਇਹ ਜੀਵ ਸੰਸਾਰ ਵਿੱਚ ਬੱਝਾ ਕਿਵੇਂ ਹੈ, ਕਿਰਪਾ ਕਰਕੇ ਦੱਸਣਾ ਕਰੋ। ਸਰਪਨ ਖਾਦਾ। ਇਹ ਜੋ ਮਾਇਆ ਰੂਪੀ ਸਪਨੀ ਹੈ, ਇਸ ਨੇ ਜੀਵ ਨੂੰ ਕਿਉਂ ਖਾਧਾ ਹੈ। ਇਹ ਮਾਇਆ ਨਾਲ ਜੀਵ ਦਾ ਕੀ ਵੈਰ ਹੈ ਵੀ ਮਾਇਆ ਹਰ ਵੇਲੇ ਜੀਵ ਦੇ ਪਿੱਛੇ ਪਈ ਰਹਿੰਦੀ ਹੈ। ਇਹ ਮਾਇਆ ਜੀਵ ਨੂੰ ਖਾ ਜਾਂਦੀ ਹੈ। ਮਹਾਰਾਜ ਇਹ ਮਾਇਆ ਜੀਵ ਨੂੰ ਖਾਂਦੀ ਕਿਉਂ ਹੈ, ਇਹ ਕਿਉਂ ਖਾਧਾ ਗਿਆ ਹੈ, ਮਾਇਆ ਦੇ ਕਰਕੇ। ਇਹ ਦੂਜਾ ਸਵਾਲ ਹੈ। ਫਿਰ ਅੱਗੇ ਫਰਮਾਉਂਦੇ ਹਨ, ਕਿਉਂ ਕਰ ਖੋਇਆ ਕਿਉਂ ਕਰ ਲਾਦਾ। ਅਗਲਾ ਬਚਨ ਇਹ ਹੈ, ਮਹਾਰਾਜ ਸਾਹਿਬ ਜੀ ਇਸ ਜੀਵ ਨੇ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਨਿਸਫਲ ਕਿਉਂ ਖੋਇਆ ਹੈ। ਇਹ ਮਨੁੱਖਾ ਜਨਮ ਸਾਨੂੰ ਮਿਲਿਆ ਨਾ, ਹੈ ਬੜਾ ਅਮੋਲਕ। ਪਿੱਛੇ ਆਪਾਂ ਬਚਨ ਸਰਵਨ ਕੀਤੇ ਸਨ। ਇਹ ਜਨਮ ਮਿਲਣਾ ਬੜਾ ਭਾਰੀ ਦੁਰਲੱਭ ਹੈ, ਬੜਾ ਕਠਿਨ ਹੈ। ਉਹਦੇ ਵਿੱਚ ਬਚਨ ਲਿਖਿਆ ਗਿਆ ਕਿ ਪਹਿਲਾਂ ਬੀਜ ਨੂੰ ਧਰਤੀ ਦੇ ਵਿੱਚ ਦੱਬਣਾ ਪੈਂਦਾ ਹੈ, ਫਿਰ ਧਰਤੀ ਦੇ ਸੇਕ ਦੇ ਨਾਲ ਉਹ ਬੀਜ ਪੁੰਗਰਦਾ ਹੈ। ਪੁੰਗਰਨ ਤੋਂ ਬਾਅਦ ਵਿੱਚ ਫਿਰ ਹੌਲੀ ਹੌਲੀ ਉਹ ਬੂਟਾ ਜਵਾਨ ਹੁੰਦਾ ਹੈ, ਫਿਰ ਉਹਨੂੰ ਫਲ ਲੱਗਦੇ ਨੇ, ਫਿਰ ਉਹ ਫਲ ਪੱਕਦੇ ਨੇ। ਚੰਦਰਮਾ ਆਪਣੀਆਂ ਕਿਰਨਾਂ ਨਾਲ ਰਸ ਭਰਦਾ ਹੈ। ਚੰਦਰਮਾ ਆਪਣੀ ਪ੍ਰਕਾਸ਼ ਦੇ ਨਾਲ, ਸੇਕ ਦੇ ਨਾਲ ਪਕਾਉਂਦਾ ਹੈ। ਫਿਰ ਉਹ ਅੰਨ ਸਾਡੇ ਘਰ ਵਿੱਚ ਆਉਂਦਾ ਹੈ। ਫਿਰ ਉਸ ਨੂੰ ਚੱਕੀ ਵਿੱਚ ਪੀਸਿਆ ਜਾਂਦਾ ਹੈ, ਆਟਾ ਬਣਦਾ ਹੈ। ਫਿਰ ਉਹ ਇਸੇ ਤਰ੍ਹਾਂ ਚੁੱਲ੍ਹੇ ਦੇ ਉੱਪਰ ਪੈ ਕੇ ਅੰਨ ਸੜਦਾ ਹੈ। ਸੜਨ ਤੋਂ ਬਾਅਦ ਵਿੱਚ ਫਿਰ ਉਹ ਦੰਦਾਂ ਦੇ ਨਾਲ ਚਿੱਥਿਆ ਜਾਂਦਾ, ਦੰਦਾਂ ਨਾਲ ਵੀ ਚਬਾਇਆ ਜਾਂਦਾ ਹੈ। ਫਿਰ ਉਸ ਅੰਨ ਦਾ ਜਾ ਕੇ ਰਤ ਬਣ ਜਾਂਦੀ, ਲਹੂ ਬਣ ਜਾਂਦਾ ਹੈ, ਮਿੱਝ ਬਣਦੀ ਹੈ, ਬਿੰਦ ਬਣਦੀ ਹੈ। ਫਿਰ ਜਾ ਕੇ ਅੱਗੇ ਜਿਹੜੀ ਹੈ ਉਹ ਸੰਤਾਨ ਵਜੂਦ ਵਿੱਚ ਆਉਂਦੀ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਲਿਖਿਆ, ਕਬੀਰਾ ਧੂਲ ਸਕੇਰ ਕਹਿ ਪੁਰੀਆ ਬਾਂਦੀ ਦੇ। ਇਸ ਤਰ੍ਹਾਂ ਰੱਬ ਨੇ ਸਰੀਰ ਬਣਾਇਆ ਹੈ। ਇੱਥੇ ਬਚਨ ਆ ਗਿਆ, ਕਿਉਂ ਕਰ ਖੋਇਆ। ਇਹ ਮਨੁੱਖਾ ਜਨਮ ਹੈ ਬੜਾ ਦੁਰਲੱਭ। ਬੜੀ ਤਪੱਸਿਆ ਮਗਰੋਂ, ਬੜੀ ਮਿਹਨਤ ਮਗਰੋਂ, ਬੜਾ ਲੰਮਾ ਚੱਕਰ ਕੱਟ ਕੇ ਫਿਰ ਸਾਨੂੰ ਮਿਲਿਆ ਹੈ। ਇੰਨਾ ਅਮੋਲਕ ਜਨਮ ਇਹ ਮਨੁੱਖਾਂ ਨੇ ਕਿਉਂ ਖੋਇਆ ਹੈ, ਕਿਉਂ ਖਰਾਬ ਕਰ ਲਿਆ ਹੈ, ਕਿਉਂ ਇਸ ਨੂੰ ਨਿਸਫਲ ਗਵਾ ਲਿਆ ਹੈ। ਇਹ ਸਾਡਾ ਸਵਾਲ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਜੀਵ ਨੇ ਪਰਮਾਤਮਾ ਨੂੰ ਖੋਇਆ ਕਹੀਏ, ਭੁਲਾਇਆ ਹੈ। ਇਹਦੇ ਵਿੱਚੋਂ ਇੱਕ ਸਵਾਲ ਹੋਰ ਵੀ ਬਣ ਜਾਂਦਾ ਹੈ। ਪਹਿਲਾ ਸਵਾਲ ਇਹ ਹੈ ਵੀ ਮਨੁੱਖਾ ਜਨਮ ਨਿਸਫਲ ਕਿਉਂ ਗਵਾਇਆ ਹੈ। ਇਹਦੇ ਵਿੱਚੋਂ ਦੂਜਾ ਸਵਾਲ ਇਹ ਬਣ ਗਿਆ ਵੀ ਪਰਮਾਤਮਾ ਨੂੰ ਜੀਵ ਨੇ ਕਿਉਂ ਭੁਲਾਇਆ ਹੈ। ਮਹਾਰਾਜ ਇਹ ਸਵਾਲ ਹਨ, ਕਿਉਂ ਕਰ ਲਾਦਾ। ਤੇ ਮਨੁੱਖਾ ਜਨਮ ਸਫਲਾ ਕਿਵੇਂ ਕਰੀਏ। ਸਾਨੂੰ ਵੀ ਮਨੁੱਖਾ ਜਨਮ ਮਿਲਿਆ ਨਾ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨੂੰ ਸਫਲਾ ਕਿਵੇਂ ਕਰਨਾ ਹੈ। ਬੱਚਾ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਨਾ, ਉਸ ਨੂੰ ਸਕੂਲ ਵਿੱਚ ਪੜ੍ਹਨ ਪਾਇਆ ਜਾਂਦਾ। ਕਮਜ਼ੋਰ ਹੈ,
ਘਰੇ ਮਾਤਾ ਪਿਤਾ ਵੀ ਪੜ੍ਹਾਉਂਦੇ ਪਏ, ਫਿਰ ਵੀ ਵੇਖਿਆ ਬੱਚਾ ਅਜੇ ਕਮਜ਼ੋਰ ਹੈ, ਉਸ ਨੂੰ ਫਿਰ ਵੱਖਰੀ ਟਿਊਸ਼ਨ ਰੱਖੀ ਜਾਂਦੀ ਹੈ ਵੀ ਹੋਰ ਇਹ ਤਗੜਾ ਹੋ ਜਾਵੇ, ਕਮਜ਼ੋਰੀ ਨਿਕਲ ਜਾਵੇ। ਗੁਰਮੁਖੋ, ਧਰਮ ਦੇ ਮਾਮਲੇ ਵਿੱਚ ਅਸੀਂ ਵੀ ਬੜੇ ਕਮਜ਼ੋਰ ਹਾਂ। ਸਾਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਦੁਨੀਆ ਵਿੱਚ ਕਰਨਾ ਕੀ ਹੈ। ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਵਾਰ-ਵਾਰ ਤਗੜਾ ਹੋਣ ਵਾਸਤੇ। ਉਹਦੇ ਵਿੱਚ ਸਾਨੂੰ ਪਹਿਲਾਂ ਇਹ ਜਾਣਨਾ ਪਵੇਗਾ ਵੀ ਇਹ ਮਨੁੱਖਾ ਜਨਮ ਸਫਲਾ ਕਿਵੇਂ ਹੋਵੇ। ਜਿੰਨਾ ਚਿਰ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਵੀ ਮੈਂ ਜਨਮ ਨੂੰ ਸਫਲਾ ਕਿਵੇਂ ਕਰਨਾ, ਫਿਰ ਕਰਾਂਗੇ ਕੀ? ਨਹੀਂ ਕਰ ਨਹੀਂ ਸਕਦੇ। ਹਾਂ, ਇਸੇ ਤਰ੍ਹਾਂ ਇਸ ਜੀਵ ਨੇ ਪਰਮਾਤਮਾ ਨੂੰ ਲੱਭਿਆ ਕਿਵੇਂ ਹੈ, ਇਹਦੇ ਵਿੱਚੋਂ ਸਵਾਲ ਇੱਕ ਹੋਰ ਨਿਕਲ ਆਇਆ ਹੈ। ਇੱਕ ਸਵਾਲ ਤਾਂ ਇਹ ਹੈ ਵੀ ਮਨੁੱਖਾ ਜਨਮ ਨੂੰ ਸਫਲਾ ਕਿਵੇਂ ਕਰੀਏ। ਇਹਦੇ ਵਿੱਚੋਂ ਦੂਜਾ ਸਵਾਲ ਇਹ ਹੈ ਵੀ ਇਹ ਜੀਵ ਪਰਮਾਤਮਾ ਨੂੰ ਕਿਵੇਂ ਲੱਭ ਲਵੇ। ਇਹ ਆਪ ਜੀ ਮਹਾਰਾਜ ਦੱਸਣਾ ਕਰੋ। ਕਿਉ ਕਰ ਨਿਰਮਲ। ਮਹਾਰਾਜ ਜੀਆਂ ਦੇ ਅੱਗੇ ਸਵਾਲ ਇਹ ਹੈ ਪੰਜਵਾਂ, ਮਹਾਰਾਜ ਸਾਹਿਬ ਜੀ ਇਹ ਸਾਡਾ ਮਨ ਨਿਰਮਲ ਕਿਵੇਂ ਹੋਵੇ। ਸਾਡਾ ਹਿਰਦਾ ਅੰਤःਕਰਨ ਜੋ ਮੈਲ ਦੇ ਨਾਲ ਭਰਿਆ ਹੈ, ਇਹ ਮੈਲਾ ਹੋ ਚੁੱਕਿਆ ਹੈ। ਮਹਾਰਾਜ ਕਿਰਪਾ ਕਰੋ, ਇਹ ਮਨ ਸਾਡਾ ਨਿਰਮਲ ਕਿਵੇਂ ਹੋਵੇ, ਪਵਿੱਤਰ ਕਿਵੇਂ ਹੋਵੇ, ਕਿਰਪਾ ਕਰਕੇ ਇਹਦੇ ਬਾਰੇ ਦੱਸਣਾ ਕਰੋ। ਕਿਉ ਕਰ ਅੰਧਿਆਰਾ। ਛੇਵਾਂ ਸਵਾਲ ਇਹ ਹੈ ਵੀ ਇਹ ਜਿਹੜਾ ਅੰਧਿਆਰਾ ਹੈ, ਅਗਿਆਨਤਾ ਦਾ ਹਨੇਰਾ ਹੈ, ਮਹਾਰਾਜ ਇਹ ਕਿਵੇਂ ਦੂਰ ਹੋਵੇ। ਛੇਵਾਂ ਸਵਾਲ ਇਹ ਹੈ ਵੀ ਅਗਿਆਨਤਾ ਦਾ ਹਨੇਰਾ ਕਿਵੇਂ ਦੂਰ ਹੁੰਦਾ ਹੈ। ਇਹੋ ਤਤ ਵਿਚਾਰਾ ਸੋ ਗੁਰੂ ਹਮਾਰਾ। ਇਹ ਬਚਨ ਜਿਹੜੇ ਨੇ ਇੱਕ ਸਿੱਧ ਨੇ ਕੀਤੇ 6 ਸਵਾਲ। ਮਹਾਰਾਜ ਜਿਹੜਾ ਇਹਨਾਂ 6 ਸਵਾਲਾਂ ਨੂੰ ਵਿਚਾਰ ਕੇ ਇਹਦਾ ਤੱਤ ਕੱਢ ਕੇ ਸਾਨੂੰ ਸਿਧਾਂਤ ਦੱਸੇਗਾ ਨਾ, ਉਹ ਸਾਡਾ ਗੁਰੂ ਹੈ। ਉਸ ਨੂੰ ਅਸੀਂ ਗੁਰੂ ਬਣਾ ਲਵਾਂਗੇ, ਗੁਰੂ ਮੰਨ ਹੀ ਲਵਾਂਗੇ, ਪੈਰੀਂ ਹੱਥ ਲਾ ਦੇਵਾਂਗੇ, ਪਰ ਲਾਵਾਂਗੇ ਉਹਨਾਂ ਦੇ ਜਿਹੜਾ ਸਾਡੇ ਇਹਨਾਂ 6 ਸਵਾਲਾਂ ਦਾ ਜਵਾਬ ਦੇ ਦੇਵੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਗੁਰੂ ਹਮਾਰਾ, ਅਸੀਂ ਤੇ ਧੁਰ ਤੋਂ ਹੀ ਗੁਰੂ ਹਾਂ। ਸਾਡੇ ਮਨ ਵਿੱਚ ਚਾਹਤ ਕੋਈ ਨਹੀਂ ਹੈ ਵੀ ਤੁਹਾਡੇ ਸਵਾਲਾਂ ਦਾ ਜਵਾਬ ਦਈਏ ਤੇ ਫਿਰ ਤੁਸੀਂ ਸਾਨੂੰ ਗੁਰੂ ਮੰਨੋਗੇ। ਗੁਰੂ ਮੰਨਣਾ ਮੰਨੋ, ਨਹੀਂ ਮੰਨਣਾ ਨਾ ਮੰਨੋ। ਸਾਨੂੰ ਕੋਈ ਇੱਛਾ ਹੀ ਨਹੀਂ ਹੈ ਵੀ ਤੁਸੀਂ ਸਾਨੂੰ ਗੁਰੂ ਮੰਨੋਗੇ ਤੇ ਤਾਂ ਸਾਡੀ ਜੈ ਜੈਕਾਰ ਹੋਣੀ ਹੈ। ਨਹੀਂ, ਅਸੀਂ ਇਸ ਇੱਛਾ ਤੋਂ ਮੁਕਤ ਹਾਂ, ਪਰ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਦੇਵਾਂਗੇ। ਤੁਸੀਂ ਸਵਾਲ ਕੀਤੇ ਨੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਫਿਰ ਉੱਤਰ ਦਿੰਦੇ ਹਨ। ਦੁਰਮਤ ਬਾਦਾ। ਮਹਾਰਾਜ ਸਾਹਿਬ ਜੀ ਨੂੰ ਪੁੱਛਿਆ ਸੀ ਨਾ, ਪਾਤਸ਼ਾਹ ਜੀ ਇਹ ਜੀਵ ਬੱਧਾ ਕਿਵੇਂ ਹੈ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹਦਾ ਜਵਾਬ ਦਿੰਦੇ ਨੇ, ਦੁਰਮਤ, ਖੋਟੀ ਮਤ ਕਰਕੇ ਆਪਾਂ ਬੱਧੇ ਹੋਏ ਆ। ਮਾੜੀ ਮਤ ਕਰਕੇ ਪਾਪ ਹੁੰਦਾ, ਕੁਕਰਮ ਹੁੰਦਾ, ਕਿਸੇ ਦੀ ਬਦਸੀਸ ਲੱਗਦੀ ਹੈ ਤੇ ਫਿਰ ਜੀਵ ਬੱਧਾ ਜਾਂਦਾ ਹੈ, ਕਿਉਂਕਿ ਉਹਦਾ ਫਲ ਭੁਗਣਾ ਪਵੇਗਾ। ਉਹ ਕਰਮ ਨੇ ਸਾਨੂੰ ਬੰਨ੍ਹ ਲਿਆ ਹੈ। ਭਾਵੇਂ ਸਾਨੂੰ ਇਸ ਗੱਲ ਦੀ ਸਮਝ ਨਹੀਂ ਹੈ, ਪਰ ਸਾਨੂੰ ਪਤਾ ਬਾਅਦ ਵਿੱਚ ਲੱਗੇਗਾ ਜਦੋਂ ਉਹਨਾਂ ਕਰਮਾਂ ਦਾ ਹਿਸਾਬ ਦੇਣ ਵਾਸਤੇ ਜਨਮਾਂ 'ਚ ਆਉਣਾ ਪਵੇਗਾ ਨਾ, ਤੇ ਫਿਰ ਪਤਾ ਲੱਗੇਗਾ ਵੀ ਇਹ ਖੋਟੀ ਮਤ ਕਰਕੇ ਬੱਧੇ ਗਏ ਹਾਂ। ਜਿਵੇਂ 10ਵੇਂ ਪਾਤਸ਼ਾਹ ਦੇ ਸਮੇਂ ਦੀ ਸਾਖੀ ਹੈ, ਮਹਾਰਾਜ ਬਾਜ ਨੂੰ ਤਿੱਤਰ ਦਾ ਮਾਸ ਖਵਾਉਂਦੇ ਪਏ। ਕਿਸੇ ਸਿੱਖ ਨੇ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਗੁਰੂ ਦੇ ਮਨ ਵਿੱਚ ਤੇ ਦਇਆ ਹੁੰਦੀ ਹੈ, ਤੁਹਾਡੇ ਮਨ ਵਿੱਚ ਦਇਆ ਹੀ ਕੋਈ ਨਹੀਂ, ਤੁਸੀਂ ਤੇ ਇੱਕ ਜੀਵ ਨੂੰ ਮਾਰ ਕੇ ਖਵਾਉਂਦੇ ਪਏ। ਪਾਤਸ਼ਾਹ ਕਹਿੰਦੇ, ਭਾਈ ਦਇਆ ਤੇ ਸਾਡੇ ਅੰਦਰ ਬਹੁਤ ਹੈ, ਪਰ ਇਹ ਮਾੜੀ ਮਤ ਕਰਕੇ ਦੋਨੇ ਜਾਣੇ ਜਨਮਾਂ ਵਿੱਚ ਬੱਧੇ ਗਏ। ਮਹਾਰਾਜ ਕਿਵੇਂ ਬੱਧੇ ਗਏ? ਕਹਿਣ ਲੱਗੇ ਵੀ ਆਹ ਭਾਈ ਇੱਕ ਪੈਸੇ ਲੈਣ ਵਾਲਾ ਤੇ ਇੱਕ ਦੇਣ ਵਾਲਾ ਹੈ। ਲੈਣ ਵਾਲੇ ਦੇ ਮਨ ਵਿੱਚ ਵੀ ਬੇਈਮਾਨੀ ਹੈ ਵੀ ਮੈਨੂੰ ਵਿਆਜ ਮਿਲੇਗਾ ਤੇ ਮੈਂ ਹੋਰ ਲੋਭੀ ਬਣ ਕੇ ਅਮੀਰ ਹੋ ਜਾਵਾਂਗਾ। ਦੇਣ ਵਾਲੇ ਦੇ ਮਨ ਵਿੱਚ ਇਹ ਬੇਈਮਾਨੀ ਹੈ ਵੀ ਇੱਕ ਵਾਰੀ ਮਿਲ ਜਾਵੇ ਸਹੀ, ਫਿਰ ਆਪਾਂ ਕਿਹੜਾ ਮੋੜਨਾ ਹੈ, ਤੇ ਇਹ ਮੁੱਕਰ ਹੀ ਗਿਆ। ਇਸ ਕਰਕੇ ਇਹ ਦੋਨੇ ਜਾਣੇ ਜਿਹੜੇ ਸਨ, ਇਹਨਾਂ ਨੇ ਇੱਕ ਦੂਜੇ ਦਾ ਲੈਣਾ ਦੇਣਾ ਉਹ ਅਸੀਂ ਇੱਥੇ ਪੂਰਾ ਕਰਦੇ ਪਏ। ਭਾਵ ਇਹ ਹੈ ਦੁਰਮਤ ਵਾਧਾ, ਜਦੋਂ ਸਾਡੀ ਖੋਟੀ ਮਤ ਪ੍ਰਬਲ ਹੋ ਜਾਂਦੀ ਹੈ ਨਾ, ਮਾੜੀ ਮਤ ਵਿਚਾਰ ਮਾੜਾ ਆ ਜਾਵੇ ਕਿ ਕੋਈ ਨਹੀਂ ਆਹ ਕੰਮ ਕਰੀਏ ਬਾਅਦ ਵਿੱਚ ਵੇਖਾਂਗੇ, ਉਹ ਅਸੀਂ ਕਰਤੇ ਲੈਂਦੇ ਹਾਂ, ਪਰ ਉਹ ਸਾਨੂੰ ਕਰਮ ਬੰਨ੍ਹ ਲੈਂਦਾ ਹੈ। ਜਿਵੇਂ ਉਹ ਸਿੱਖ ਨੇ ਆਖਿਆ ਵੀ ਇੱਕ ਵਾਰੀ ਮੈਨੂੰ ਪੈਸਾ ਮਿਲ ਜਾਵੇ, ਬਾਅਦ ਵਿੱਚ ਦੇਣਾ ਨਾ ਦੇਣਾ ਉਹ ਬਾਅਦ ਵਿੱਚ ਵੇਖਾਂਗੇ। ਕਿੰਨੇ ਲਏ ਹੋਣਗੇ, 100 ਲੈ ਲਿਆ ਹੋਵੇਗਾ, 500 ਲੈ ਲਿਆ ਹੋਵੇਗਾ, ਉਹਨਾਂ ਸਮਿਆਂ ਵਿੱਚ ਬੜੀ ਵੱਡੀ ਰਕਮ ਮੰਨੀ ਜਾਂਦੀ ਹੈ। ਪਰ ਇੰਨੀ ਮਾਇਆ ਬਦਲੇ ਆਪਣੇ ਆਪ ਨੂੰ ਜਨਮ ਦੇ ਵਿੱਚ ਬਣਾ ਲਿਆ, ਤਿੱਤਰ ਦੇ ਜਨਮ ਦੇ ਵਿੱਚ ਆਉਣਾ ਪਿਆ। ਇਸ ਤਰ੍ਹਾਂ ਦੇ ਜਦੋਂ ਅਸੀਂ ਕਰਮ ਕਰਦੇ ਹਾਂ ਨਾ, ਕੋਈ ਭਾਵੇਂ ਕਰਮ ਨਿੱਕਾ ਹੀ ਹੋਵੇ ਤੇ ਭਾਵੇਂ ਵੱਡਾ ਹੋਵੇ, ਉਹ ਕਰਮ ਫਿਰ ਅੱਗੇ ਸਾਨੂੰ ਜਨਮਾਂ ਵਿੱਚ ਬੰਨ੍ਹ ਲੈਂਦਾ। ਪਰ ਇਹ ਕੰਮ ਹੁੰਦਾ ਖੋਟੀ ਮਤ ਕਰਕੇ।
ਇੱਕ ਸਾਧੂ ਕਹਿੰਦੇ ਇਸ਼ਨਾਨ ਕਰਦੇ ਪਏ ਕਿਸੇ ਤਲਾਬ ਦੇ ਵਿੱਚ, ਤੇ ਸਾਧੂ ਨੇ ਆਪਣੇ ਸਾਰੇ ਕੱਪੜੇ ਲਾਹ ਕੇ ਬਾਹਰ ਕਿਨਾਰੇ ਤੇ ਰੱਖੇ ਹੋਏ ਤੇ ਆਪ ਇਸ਼ਨਾਨ ਕਰਦੇ ਪਏ। ਇੰਨੇ ਚਿਰ ਨੂੰ ਇੱਕ ਬੱਚਾ ਆਇਆ, 10-12 ਸਾਲ ਦੀ ਉਮਰ ਹੈ। ਉਸਨੇ ਵੇਖਿਆ ਵੀ ਸਾਧੂ ਤੇ ਪਾਣੀ ਵਿੱਚ ਵੜਿਆ ਹੋਇਆ ਤੇ ਕੱਪੜੇ ਇਹਦੇ ਬਾਹਰ ਪਏ ਨੇ, ਕੱਪੜਿਆਂ ਵਿੱਚ ਜ਼ਰੂਰ ਪੈਸਾ ਹੋਵੇਗਾ, ਤੇ ਮੈਂ ਕਿਉਂ ਨਾ ਹੋਵੇ ਪੈਸੇ ਕੱਢ ਲਵਾਂ। ਜਦੋਂ ਸਾਧੂ ਦੇ ਕੱਪੜਿਆਂ ਦੇ ਕੋਲ ਜਾ ਕੇ ਪੈਸੇ ਕੱਢਣ ਲੱਗਾ ਤੇ ਸਾਧੂ ਦੀ ਨਿਗਾਹ ਪੈ ਗਈ ਇਸ਼ਨਾਨ ਕਰਦਿਆਂ। ਉਹਨੇ ਆਵਾਜ਼ ਮਾਰੀ, ਕਹਿਣ ਲੱਗਾ, ਉਹ ਭਾਈ ਕੌਣ ਹੈ ਤੂੰ, ਮੇਰੇ ਕੱਪੜਿਆਂ ਦੀ ਫੋਲਾ ਫਰਾਲੀ ਕਿਉਂ ਕਰਦਾ। ਹੁਣ ਬੱਚਾ ਡਰ ਗਿਆ, ਇਹ ਸਾਧੂ ਮੈਨੂੰ ਫੜ ਲਵੇਗਾ। ਉਹਨੇ ਕੱਪੜੇ ਚੁੱਕੇ ਤੇ ਭੱਜ ਹੀ ਪਿਆ ਵੀ ਇੱਥੇ ਨਹੀਂ ਕੱਢਣੇ ਤਾਂ ਉੱਥੇ ਜਾ ਕੇ ਕੱਢ ਲਾਂਗਾ। ਰਾਹ ਦੇ ਵਿੱਚ ਕੱਪੜੇ ਹੀ ਚੁੱਕ ਕੇ ਦੌੜ ਪਿਆ, ਰਸਤੇ ਵਿੱਚ ਜਾ ਕੇ ਮਾਇਆ ਕੱਢਾਂਗਾ। ਸਾਧੂ ਛੇਤੀ ਦੇ ਨਾਲ ਪਾਣੀ ਵਿੱਚੋਂ ਬਾਹਰ ਨਿਕਲਿਆ, ਥੋੜ੍ਹਾ ਜਿਹਾ ਪੰਧ ਭੱਜਾ ਮਗਰ, ਪਰ ਹੁਣ ਇੱਕ ਬਜ਼ੁਰਗ ਸਰੀਰ ਜਵਾਨ ਦੇ ਪਿੱਛੇ ਕਿਵੇਂ ਭੱਜ ਸਕਦਾ ਹੈ। ਜਦੋਂ ਵੇਖਿਆ ਵੀ ਨਹੀਂ ਮੇਰੇ ਕੋਲੋਂ ਫੜਿਆ ਨਹੀਂ ਜਾਵੇਗਾ, ਸਾਧੂ ਨੂੰ ਪਤਾ ਲੱਗ ਗਿਆ ਵੀ ਇਹ ਕੱਪੜੇ ਇਹਨੇ ਪਾਉਣੇ, ਸਾਧੂਆਂ ਵਾਲੇ ਕੱਪੜੇ ਥੋੜ੍ਹੀ ਇਹ ਪਾਵੇਗਾ, ਇਹ ਤਾਂ ਮੇਰੇ ਪੈਸਿਆਂ ਦੇ ਲਾਲਚ ਪਿੱਛੇ ਇਸਨੇ ਇਹ ਕੰਮ ਕੀਤਾ ਹੈ। ਫਿਰ ਸਾਧੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਉਹ ਭਲਿਆ ਤੂੰ ਪੈਸਿਆਂ ਵਾਸਤੇ ਕੱਪੜੇ ਚੁੱਕੇ ਨੇ, ਮੇਰੀ ਜੇਬ ਦੇ ਵਿੱਚ ਪੈਸਾ ਹੀ ਕੋਈ ਨਹੀਂ ਹੈ, ਮੈਂ ਤਾਂ ਹਾਂ ਹੀ ਸਾਧੂ, ਮੰਗ ਕੇ ਪ੍ਰਸ਼ਾਦਾ ਛਕਦਾ, ਰਾਮ ਰਾਮ ਕਰਦਾ। ਪਰ ਗੁਰਮੁਖੋ ਬਚਨ ਇਹ ਹੈ ਵੀ ਜਿਹਨੇ ਕਾਰਵਾਈ ਪਾ ਦਿੱਤੀ ਹੋਵੇ ਪਿੱਛੇ ਥੋੜ੍ਹੀ ਮੁੜਦਾ ਹੈ। ਉਹਨੂੰ ਵੀ ਪਤਾ ਸੀ ਵੀ ਜੇ ਕੱਪੜੇ ਲੈ ਕੇ ਵਾਪਸ ਮੁੜਿਆ ਤੇ ਸਾਧੂ ਨੇ ਡੰਡਾ ਚੁੱਕ ਲੈਣਾ, ਹੁਣ ਪਿੱਛੇ ਮੁੜਨਾ ਨਹੀਂ, ਹੁਣ ਅੱਗੇ ਨੂੰ ਹੀ ਦੌੜਨਾ ਹੈ। ਸਾਧੂ ਦੇ ਮੁਖ 'ਚੋਂ ਸੁਭਾਵਿਕ ਬਚਨ ਨਿਕਲ ਗਿਆ, ਕਹਿਣ ਲੱਗਾ, ਜਾ ਓਏ, ਜਿਵੇਂ ਮੈਨੂੰ ਨੰਗਾ ਛੱਡ ਕੇ ਗਿਆ ਨਾ, ਕੱਲਾ ਲੰਗੋਟ ਬੰਨ੍ਹਿਆ ਮੇਰੇ ਲੱਕ ਦੇ ਨਾਲ ਤੇ ਮੈਂ ਇਸ਼ਨਾਨ ਕਰਦਾ ਪਿਆ, ਮੇਰੇ ਕੱਪੜੇ ਚੁੱਕ ਕੇ ਲੈ ਗਿਆ, ਜਿਵੇਂ ਅੱਜ ਮੈਨੂੰ ਨੰਗਾ ਛੱਡ ਕੇ ਗਿਆ, ਅਗਲੇ ਜਨਮ ਦੇ ਵਿੱਚ ਤੂੰ ਵੀ ਨੰਗਾ ਹੀ ਰਵੇਂਗਾ, ਤੈਨੂੰ ਪਾਉਣ ਨੂੰ ਕੱਪੜਾ ਹੀ ਨਸੀਬ ਨਹੀਂ ਹੋਵੇਗਾ। ਸਾਧੂ ਦਾ ਬਚਨ ਬੋਲਿਆ ਸੁਭਾਵਿਕ, ਪਰ ਕਹਿਣ ਲੱਗੇ ਉਹ ਬਚਨ ਪੂਰਾ ਹੋਇਆ। ਅਗਲੇ ਜਨਮ ਦੇ ਵਿੱਚ ਉਹ ਬਾਲਕ ਜੋ ਹੈ ਹਨੂਮਾਨ ਦੇ ਜਨਮ ਦੇ ਵਿੱਚ ਆ ਕੇ ਪੈਦਾ ਹੋਇਆ ਜਨਮ ਲੈ ਕੇ, ਪਰ ਲੱਕ ਦੇ ਨਾਲ ਕੱਲਾ ਲੰਗੋਟ ਹੀ ਬੰਨ੍ਹ ਕੇ ਰੱਖਿਆ, ਸਰੀਰ ਦੇ ਉੱਪਰ ਕੱਪੜਾ ਕੋਈ ਨਹੀਂ ਪਾ ਸਕਿਆ। ਮਹਾਰਾਜ ਕਹਿਣ ਲੱਗੇ ਕਿ ਉਪਾੜੀ ਲੈ ਰਾਵਣ ਬਨ, ਸਲ ਬਸਲ ਆਣ ਤੋਖੀ ਲੈ ਹਰੀ, ਕਰਮ ਕਰ ਕਸੌਟੀ ਮਫੀ ਟਸਰੀ। ਇਹ ਗੁਰਬਾਣੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿ ਏਡੀ ਵੱਡੀ ਸੇਵਾ ਕਰਨ ਵਾਲਾ ਹਨੂਮਾਨ, ਜਿਹਨੇ ਪਹਾੜੀ ਚੁੱਕ ਲਿਆਂਦੀ ਜੜੀ ਬੂਟੀ ਵਾਸਤੇ, ਲਛਮਣ ਨੂੰ ਜਿਉਂਦਾ ਕਰਨ ਵਾਸਤੇ, ਇੰਨੀਆਂ ਸੇਵਾ ਕਰਨ ਵਾਲਾ, ਰਾਵਣ ਦੀ ਲੰਕਾ ਸਾੜਨ ਵਾਲਾ, ਰਾਵਣ ਦਾ ਬਾਗ ਪੱਟਣ ਵਾਲਾ, ਇੰਨੀ ਸਮਰੱਥਾ ਜੋ ਰੱਖਦਾ ਹੈ। ਰਾਵਣ ਉਹਨਾਂ ਸਮਿਆਂ ਵਿੱਚ ਬੜੀ ਵੱਡੀ ਤਾਕਤ ਹੈ, ਪਰ ਗੁਰਮੁਖੋ ਲੰਗੋਟ ਤੋਂ ਬਿਨਾਂ ਉਹ ਕੱਪੜਾ ਕੋਈ ਨਹੀਂ ਪਾ ਸਕਿਆ। ਜੇ ਪਾਉਂਦਾ ਹੈ ਤਾਂ ਸਰੀਰ ਨੂੰ ਅੱਗ ਲੱਗਣ ਲੱਗ ਪੈਂਦੀ ਹੈ, ਇਸ ਤਰ੍ਹਾਂ ਦੁੱਖ ਮਹਿਸੂਸ ਹੁੰਦਾ ਹੈ। ਸਤਿਗੁਰੂ ਇੱਥੇ ਬਚਨ ਬਖਸ਼ਿਸ਼ ਕਰਦੇ, ਕਹਿਣ ਲੱਗੇ ਦੁਰਮਤ ਬਾਧਾ, ਜਦੋਂ ਖੋਟੀ ਮਤ ਬੰਦੇ 'ਤੇ ਹਾਵੀ ਹੋ ਜਾਵੇ ਨਾ, ਤੇ ਫਿਰ ਉਹ ਕਰਮ ਬੰਦੇ ਨੂੰ ਬੰਨ੍ਹ ਲੈਂਦਾ ਹੈ। ਹੁਣ ਕੱਪੜੇ ਚੁੱਕੇ ਨੇ, ਕੱਪੜਿਆਂ ਵਿੱਚੋਂ ਨਿਕਲਿਆ ਤੇ ਕੁਝ ਨਹੀਂ ਹੈ, ਪਰ ਚੁੱਕੇ ਕਿਸ ਵਾਸਤੇ ਸਨ ਵੀ ਇਹਦੇ ਵਿੱਚੋਂ ਪੈਸਾ 2 ਪੈਸੇ ਮਿਲ ਜਾਣਗੇ, ਉਹਨਾਂ ਪੈਸਿਆਂ ਦੀ ਮੈਂ ਕੋਈ ਜਾ ਕੇ ਵਸਤੂ ਲੈ ਕੇ, ਬੱਚੇ ਦਾ ਲਾਲਚ ਕੀ ਹੈ ਵੀ ਥੋੜ੍ਹੇ ਬਹੁਤੇ ਪੈਸੇ ਮਿਲਣਗੇ ਤੇ ਦੁਕਾਨ ਤੋਂ ਜਾ ਕੇ ਕੁਝ ਖਾ ਲਵਾਂਗਾ, ਕਿਸੇ ਹੱਟੀ 'ਤੇ ਚਲਾ ਜਾਵਾਂਗਾ, ਮਿਲਿਆ ਤੇ ਕੁਝ ਵੀ ਨਹੀਂ ਹੈ, ਪਰ ਉਸ ਕਰਮ ਨੇ ਬੰਨ੍ਹ ਲਿਆ, ਸ਼ਰਾਪ ਮਿਲਿਆ, ਅਗਲੇ ਜਨਮ ਦੇ ਵਿੱਚ ਭੋਗਣਾ ਪਿਆ। ਇੱਕ ਸਿੱਖ ਦੀ ਆਪਾਂ ਸਾਖੀ ਸਰਵਣ ਕੀਤੀ ਹੈ ਵੀ ਉਹ ਮਾਇਆ ਲੈ ਕੇ ਹੀ ਮੁਕਰ ਗਿਆ, ਕਿੰਨੀ ਕੁ ਲਈ ਹੋਵੇਗੀ, ਪਰ ਜਨਮ ਦੇ ਵਿੱਚ ਤੇ ਵੱਜ ਗਿਆ ਨਾ। ਸਤਿਗੁਰੂ ਕਹਿਣ ਲੱਗੇ ਕਿਉਂ ਕਰ ਵਾਧਾ, ਜੀਵ ਵੱਜਦਾ ਕਿਉਂ ਹੈ ਜਨਮਾਂ ਦੇ ਵਿੱਚ, ਉਹਦਾ ਉੱਤਰ ਦਿੰਦੇ ਦੁਰਮਤ ਵਾਧਾ, ਖੋਟੀ ਮੱਤ ਜਿਹੜੀ ਹੈ ਨਾ, ਮਾੜੀ ਮੱਤ, ਉਹ ਬੰਦੇ ਨੂੰ ਬੰਨ੍ਹ ਲੈਂਦੀ ਹੈ। ਕੋਈ ਕੰਮ ਹੀ ਇਹੋ ਜਿਹਾ ਮਾੜਾ ਸਾਡੇ ਕੋਲੋਂ ਕਰਵਾ ਦੇਣਾ ਮੱਤ ਨੇ ਕਿ ਅਸੀਂ ਜਨਮ ਦੇ ਵਿੱਚ ਵੱਧ ਜਾਣਾ, ਮੁੜ ਕੇ ਉਹਦਾ ਜਨਮ ਭੋਗਣਾ ਪਵੇਗਾ। ਤਾਂ ਹੀ ਆਖਿਆ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਹਰ ਵੇਲੇ ਮੱਤ ਉੱਚੀ ਰੱਖਣੀ ਹੈ, ਮੱਤ ਨੂੰ ਖੋਟੀ ਨਹੀਂ ਕਰਨਾ, ਨੀਵੀਂ ਨਹੀਂ ਕਰਨਾ ਹੈ। ਮਾੜੀ ਮੱਤ ਦੇ ਨਾਲ ਪਾਪ ਹੋਵੇਗਾ, ਜਨਮਾਂ ਵਿੱਚ ਵੱਧ ਜਾਵੇਂਗਾ। ਗੁਰੂ ਕੇ ਪਿਆਰਿਆ, ਉੱਚੀ ਮੱਤ ਰੱਖ ਕੇ ਪਾਪ ਤੋਂ ਬਚੇਗਾ, ਜਨਮਾਂ ਤੋਂ ਮੁਕਤ ਹੋ ਜਾਵੇਗਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਉੱਤਰ ਦਿੰਦੇ, ਕਹਿਣ ਲੱਗੇ ਦੁਰਮਤ ਵਾਧਾ, ਖੋਟੀ ਮੱਤ ਕਰਕੇ ਇਹ ਜੀਵ ਜਿਹੜਾ ਹੈ ਸੰਸਾਰ ਦੇ ਮੋਹ ਵਿੱਚ ਵੱਜ ਜਾਂਦਾ ਹੈ। ਕਈ ਵਾਰੀ ਮੋਹ ਜਿਹੜਾ ਹੈ ਇਸ ਤਰ੍ਹਾਂ ਦਾ ਮਨ ਵਿੱਚ ਆ ਜਾਂਦਾ, ਹੰਗਤਾ ਹੰਕਾਰ ਆ ਜਾਂਦਾ ਹੈ। ਇਹ ਹੈ ਤੇ ਔਗਣ, ਪਰ ਔਗਣ ਬੰਨ੍ਹ ਲੈਂਦੇ। ਜਿਵੇਂ ਇੱਕ ਵਿਅਕਤੀ ਆਪਣੇ ਪਿਤਾ ਦਾ ਸ਼ਰਾਧ ਕਰਦਾ ਪਿਆ ਹੈ, ਸ਼ਰਾਧ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਕਹਿਣ ਲੱਗੇ ਸ਼ਰਾਧ ਕਾਹਦਾ? ਕਹਿੰਦੇ ਜੀ ਪਿਤਾ ਜੀ ਮੇਰੇ ਸਵਰਗ ਚਲੇ ਗਏ, ਉਹਨਾਂ ਵਾਸਤੇ ਮੈਂ ਇਹ ਭੋਜਨ ਪ੍ਰਸ਼ਾਦਾ ਕੀਤਾ। ਸਤਿਗੁਰੂ ਕਹਿਣ ਲੱਗੇ ਤੇਰੇ ਪਿਤਾ ਜੀ ਤੇ ਭਾਈ ਮੁਕਤੀ ਨਹੀਂ ਹੋਈ, ਉਹ ਤਾਂ ਜਨਮਾਂ ਵਿੱਚ ਪੈ ਗਏ,
ਕਹਿਣ ਲੱਗਾ ਮਹਾਰਾਜ ਕਿਵੇਂ ਮੰਨਾਂ, ਮੇਰੇ ਪਿਤਾ ਜੀ ਤੇ ਬੜਾ ਜਪ ਤਪ ਕਰਦੇ ਸਨ, ਬੜੀ ਤੀਰਥ ਯਾਤਰਾ ਕਰਦੇ ਸਨ, ਉਹ ਜਨਮਾਂ ਵਿੱਚ ਕਿਵੇਂ ਪੈ ਸਕਦੇ। ਸਤਿਗੁਰੂ ਕਹਿਣ ਲੱਗੇ ਚੱਲ ਨਹੀਂ ਤੈਨੂੰ ਯਕੀਨ ਆਉਂਦਾ ਦਿਖਾ ਦਿੰਦੇ। ਬਘਿਆੜ ਦੀ ਜੂਨ ਵਿੱਚ ਪਿਆ ਹੋਇਆ ਜਿਸ ਵੇਲੇ ਪੁੱਤਰ ਮਿਲਿਆ ਨਾ ਜਾ ਕੇ ਆਪਣੇ ਬਾਪ ਨੂੰ, ਉਹਨੇ ਦੱਸਿਆ, ਕਹਿਣ ਲੱਗਾ ਪੁੱਤਰਾ ਗੱਲ ਇਹ ਹੈ ਕਿ ਗੁਆਂਢੀਆਂ ਦੇ ਘਰ ਦੇ ਵਿੱਚ ਮਾਸ ਰਿੰਨਣ ਦੀ ਮੈਨੂੰ ਖੁਸ਼ਬੂ ਆਈ ਹੈ, ਅਤੇ ਮੇਰੇ ਮਨ ਵਿੱਚ ਉਸ ਵੇਲੇ ਸਵਾਲ ਪੈਦਾ, ਵਿਚਾਰ ਪੈਦਾ ਹੋ ਗਈ, ਫੁਰਨਾ ਪੈਦਾ ਹੋ ਗਿਆ ਵੀ ਇਹ ਮੈਂ ਖਾਂਦਾ ਤੇ ਤਾਂ ਗੱਲ ਬਣਨੀ ਸੀ। ਪਰਮਾਤਮਾ ਨੇ ਜਨਮ ਅੱਗੇ ਦੇ ਦਿੱਤਾ। ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਇਹ ਜੀਵ ਜਦੋਂ ਪੈ ਜਾਂਦਾ ਹੈ, ਮੋਹ ਦੇ ਵਿੱਚ ਪੈ ਜਾਂਦਾ ਹੈ, ਜਦੋਂ ਲੋਭ ਦੇ ਵਿੱਚ ਪੈ ਜਾਂਦਾ ਹੈ, ਜਦੋਂ ਇਸੇ ਤਰ੍ਹਾਂ ਹੰਗਤਾ ਕਹੀਏ ਹੰਕਾਰ ਵਿੱਚ ਪੈ ਜਾਂਦਾ ਹੈ, ਉਦੋਂ ਇਹ ਜੀਵ ਵੱਧ ਜਾਂਦਾ ਹੈ। ਸਿੱਧਾਂ ਦਾ ਸਵਾਲ ਇਹ ਹੈ ਅਸੀਂ ਦੁਨੀਆ ਵਿੱਚ ਬੱਧੇ ਕਿਉਂ ਹਾਂ ਜਨਮਾਂ ਦੇ ਵਿੱਚ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਅਸੀਂ ਬੱਧੇ ਕਿਉਂ ਹਾਂ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਾ ਕੋਈ ਪਾਪ ਕਰ ਹੀ ਛੱਡੀਦਾ, ਕੋਈ ਨਾ ਕੋਈ ਬਦਸੀਤ ਬਦਦੁਆ ਲੈ ਹੀ ਛੱਡੀ ਦੀ ਹੈ, ਪਰ ਉਸ ਵੇਲੇ ਤੇ ਸਾਨੂੰ ਉਹਦੀ ਕੋਈ ਬਹੁਤੀ ਪਰਵਾਹ ਨਹੀਂ ਹੈ ਵੀ ਕੋਈ ਗੱਲ ਨਹੀਂ। ਪਰ ਜਿਸ ਵੇਲੇ ਉਹ ਕਰਮ ਸਜ਼ਾ ਦੇਣ 'ਤੇ ਆਉਂਦਾ ਹੈ ਨਾ, ਫਿਰ ਉਹਦੀ ਸਜ਼ਾ ਬੜੀ ਵੱਡੀ ਮਿਲਦੀ ਹੈ, ਭਿਅੰਕਰ ਮਿਲਦੀ ਹੈ, ਬਹੁਤੇ ਜਨਮਾਂ ਦੀ ਵੀ ਮਿਲ ਜਾਂਦੀ ਹੈ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਇਹ ਜੀਵ ਹੰਗਤਾ ਕਰਕੇ, ਹੰਕਾਰ ਕਰਕੇ, ਮੋਹ ਕਰਕੇ ਜਾਂ ਕੀਤੀਆਂ ਆਪਣੀਆਂ ਭੁੱਲਾਂ ਕਰਕੇ ਇਹ ਬੰਦਾ ਜਨਮਾਂ ਵਿੱਚ ਵੱਜਦਾ ਹੈ। ਕਹਿਣ ਤੋਂ ਭਾਵ ਵੀ ਆਪਾਂ ਜਨਮਾਂ 'ਚ ਤਾਂ ਬੱਧੇ ਹੋਏ ਹਾਂ, ਸਾਡੀਆਂ ਕੁਝ ਐਸੀਆਂ ਭੁੱਲਾਂ ਨੇ ਜਿਹੜੀਆਂ ਅਸੀਂ ਪਹਿਲਾਂ ਕੀਤੀਆਂ, ਕੁਝ ਭੁੱਲਾਂ ਗਲਤੀਆਂ ਉਹ ਨੇ ਜਿਹੜੀਆਂ ਹੁਣ ਵੀ ਅਸੀਂ ਕਰਦੇ ਪਏ, ਤੇ ਅੱਗੇ ਵੀ ਜਨਮਾਂ ਵਿੱਚ ਜਾ ਕੇ ਵੱਧ ਜਾਣਾ ਹੈ। ਗੁਰਮਤਿ ਬਾਦਾ ਸਰਪਨ ਖਾਦਾ। ਅਗਲਾ ਸਵਾਲ ਇਹ ਸੀ ਵੀ ਇਹ ਜਿਹੜਾ ਜੀਵ ਹੈ ਇਹ ਮਾਇਆ ਨੇ ਇਸ ਨੂੰ ਕਿਉਂ ਖਾ ਲਿਆ ਹੈ, ਮਾਇਆ ਕਿਉਂ ਇਸ ਦੇ ਪਿੱਛੇ ਪਈ ਹੋਈ ਹੈ। ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਸਰਪਨ ਖਾਦਾ, ਮੂੰਹ ਆਦ ਬੰਧਨਾਂ ਵਿੱਚ ਬੱਧਾ ਹੋਇਆ ਇਹ ਜਿਹੜਾ ਜੀਵ ਹੈ, ਇਹ ਮਾਇਆ ਰੂਪੀ ਸਪਣੀ ਨੇ ਇਸ ਨੂੰ ਖਾ ਲਿਆ। ਜਦੋਂ ਬੰਦਾ ਮੂੰਹ ਵਿੱਚ ਪਵੇਗਾ ਨਾ, ਫਿਰ ਬੰਦਾ ਸੋਚਦਾ ਵੀ ਹੁਣ ਪੁੱਤਰ ਦਾ ਵੀ ਆਹ ਕੰਮ ਕਰ ਦੇਵਾਂ, ਪੋਤਰੇ ਦਾ ਆਹ ਕੰਮ ਕਰ ਲਈਏ, ਘਰ ਦਾ ਆਹ ਕੰਮ ਕਰ ਦਈਏ, ਫਲਾਣੇ ਰਿਸ਼ਤੇਦਾਰ ਵਾਸਤੇ ਆਹ ਕਰੀਏ। ਜਿਵੇਂ ਜਿਵੇਂ ਮੋਹ ਦੇ ਵਿੱਚ ਪੈ ਕੇ ਕੰਮ ਵਧਾਵੇਗਾ, ਉਵੇਂ ਉਵੇਂ ਮਾਇਆ ਦੀ ਜ਼ਿਆਦਾ ਲੋੜ ਪਵੇਗੀ। ਜਿਵੇਂ ਜਿਵੇਂ ਮਾਇਆ ਦੀ ਲੋੜ ਪਵੇਗੀ, ਉਵੇਂ ਉਵੇਂ ਇਕੱਠੀ ਕਰਨ ਵਾਸਤੇ ਫਿਰ ਉੱਚਾ ਨੀਵਾਂ ਮਾੜਾ ਚੰਗਾ ਕਰਮ ਵੀ ਕਰਨਾ ਪਵੇਗਾ। ਅਤੇ ਫਿਰ ਜਦੋਂ ਕਰਮ ਕਰੇਗਾ ਫਿਰ ਉਹ ਮਾਇਆ ਬੰਨ੍ਹ ਲੈਂਦੀ ਹੈ, ਖਾ ਲੈਂਦੀ ਹੈ। ਮਾਇਆ ਦਾ ਬੰਦੇ ਨਾਲ ਵੈਰ ਨਹੀਂ ਹੈ, ਪਰ ਕਾਰਨ ਇਹ ਹੈ ਬੰਦੇ ਦਾ ਕਰਮਾਂ ਦਾ ਬੰਦੇ ਨਾਲ ਵੈਰ ਹੈ। ਜਦੋਂ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਜਿਹੜੀਆਂ ਨੇ ਉਹ ਹੱਦ ਤੋਂ ਅੱਗੇ ਵੱਧ ਜਾਂਦੀਆਂ, ਫਿਰ ਉਹਨਾਂ ਵਾਸਤੇ ਬੰਦਾ ਮੋਹ ਦੇ ਵਿੱਚ ਆ ਕੇ ਪਾਪ ਕਰਦਾ ਹੈ, ਅਤੇ ਫਿਰ ਮਾਇਆ ਨੇ ਇਸ ਨੂੰ ਬੰਨ੍ਹ ਲਿਆ ਹੈ, ਖਾ ਲਿਆ ਹੈ। ਸਰਪਣ ਖਾਧਾ, ਇਹ ਮਾਇਆ ਫਿਰ ਇਸ ਨੂੰ ਖਾ ਲੈਂਦੀ, ਆਪਣੇ ਵਿੱਚ ਲਾ ਲੈਂਦੀ ਹੈ। ਮਨਮੁਖ ਖੋਇਆ। ਸਤਿਗੁਰੂ ਜੀ ਨੂੰ ਪੁੱਛਿਆ ਸੀ ਸਿੱਧਾਂ ਨੇ ਮਹਾਰਾਜ ਸਾਹਿਬ ਜੀ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਕਿਸ ਨੇ ਖੋਲਿਆ, ਕਿਸ ਨੇ ਗਵਾ ਲਿਆ ਹੈ। ਮਨੁੱਖਾ ਜਨਮ ਸਾਨੂੰ ਮਿਲਿਆ ਨਾ, ਸੋ ਇਹ ਕਿਸ ਨੇ ਗਵਾਇਆ ਹੈ, ਕਿਉਂ ਕਰ ਖੋਇਆ, ਇਹ ਮਨੁੱਖਾ ਜਨਮ ਕਿਉਂ ਖੋਇਆ ਹੈ। ਅਤੇ ਸਤਿਗੁਰੂ ਜਵਾਬ ਦਿੰਦੇ ਕਹਿਣ ਲੱਗੇ ਮਨਮੁਖ ਖੋਇਆ। ਮਨਮੁੱਖਾਂ ਨੇ ਮਨਮੁਖਤਾ ਕਰਕੇ ਅਮੋਲਕ ਮਨੁੱਖਾ ਜਨਮ ਨੂੰ ਖੋ ਲੈਣਾ ਕੀਤਾ, ਗਵਾ ਲੈਣਾ ਕੀਤਾ। ਮਨਮੁੱਖ ਨੂੰ ਪਤਾ ਹੀ ਨਹੀਂ ਮੈਂ ਦੁਨੀਆ 'ਤੇ ਆਇਆ ਕਿਸ ਵਾਸਤੇ। ਆਪਾਂ ਕਿਸੇ ਨੂੰ ਪੁੱਛ ਲਈਏ ਨਾ ਭਾਈ ਦੁਨੀਆ 'ਤੇ ਕਿਉਂ ਆਇਆ, ਕਾਹਦੇ ਵਾਸਤੇ, ਕਹਿਣ ਲੱਗਾ ਮੈਂ ਤਾਂ ਇਹ ਕੰਮ ਕੀਤਾ ਹੈ, ਮੈਂ ਅੱਗੇ ਇਹ ਕੰਮ ਕਰਨੇ, ਰੱਬ ਨੇ ਮੇਰੀ ਡਿਊਟੀ ਲਾਈ ਹੈ, ਮੈਂ ਇਹ ਕੰਮ ਕਰਨ ਵਾਸਤੇ। ਤੂੰ ਦੁਨੀਆ 'ਤੇ ਕੰਮ ਕਰਨ ਨੂੰ ਨਹੀਂ ਆਇਆ ਹੈ, ਤੂੰ ਦੁਨੀਆ 'ਤੇ ਆਇਆ ਸੀ ਨਾਮ ਜਪਣ ਵਾਸਤੇ। ਆਇਓ ਸੁਣਨ ਪੜ੍ਹਨ ਕੋ ਬਾਣੀ, ਦੁਨੀਆ ਵਿੱਚ ਆਇਆ ਸੀ ਨਾਮ ਜਪਣ ਵਾਸਤੇ। ਜਿਸ ਕੰਮ ਵਾਸਤੇ ਆਇਆ ਉਹ ਕੰਮ ਨਹੀਂ ਕੀਤਾ, ਉਹ ਪਰੇ ਕਰ ਦਿੱਤਾ। ਜਿਹੜਾ ਕੰਮ ਨਹੀਂ ਸੀ ਕਰਨਾ ਉਹਦੇ ਵਿੱਚ ਹੀ ਲੱਗ ਗਿਆ। ਮਹਾਰਾਜ ਕਹਿਣ ਲੱਗੇ ਮਨਮੁਖ ਖੋਇਆ। ਮਨਮੁਖ ਪੁਰਸ਼ ਨੂੰ ਪਤਾ ਹੀ ਨਹੀਂ ਮੈਂ ਦੁਨੀਆ 'ਤੇ ਆਇਆ ਕਾਹਦੇ ਵਾਸਤੇ। ਇਸ ਕਰਕੇ ਉਹਨਾਂ ਨੇ ਆਪਣੀ ਮਨਮੁਖਤਾ ਕਰਕੇ ਮਨੁੱਖਾ ਜਨਮ ਨੂੰ ਨਿਸ਼ਫਲ ਗਵਾ ਲੈਣਾ ਕੀਤਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਮਨਮੁਖ ਖੋਇਆ। ਮਨਮੁੱਖਾਂ ਨੇ ਪਾਪ ਕਰ ਕਰਕੇ ਪਰਮਾਤਮਾ ਨੂੰ ਖੋਇਆ ਕਿ ਇਹ ਭੁਲਾ ਹੀ ਦਿੱਤਾ ਹੈ। ਮਨਮੁੱਖ ਨੂੰ ਕਦੇ ਚੇਤੇ ਨਹੀਂ ਆਉਂਦਾ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਆਪਾਂ ਬਚਨ ਪੜ੍ਹਦੇ ਉੱਥੇ ਆਪਾਂ ਬਚਨੇ ਪੜ੍ਹਦੇ ਕਿ ਨੇੜੇ ਕਿ ਦੂਰ। ਮਨਮੁਖ ਬੰਦੇ ਨੂੰ ਰੱਬ ਤਾਂ ਦੂਰ ਹੈ ਕਿਉਂਕਿ ਉਹ ਪਾਪ ਕਰ ਕਰਕੇ ਰੱਬ ਨੂੰ ਭੁਲਾਈ ਬੈਠਾ ਹੈ। ਜਿਵੇਂ ਜਿਵੇਂ ਰੱਬ ਨੂੰ ਭੁਲਾਈ ਬੈਠਾ ਹੈ ਉਵੇਂ ਉਵੇਂ ਮਨਮੁਖ ਨੂੰ ਰੱਬ ਦੂਰ ਹੋ ਜਾਂਦਾ ਹੈ। ਗੁਰਮੁਖ ਲਾਦਾ। ਅਗਲਾ ਸਵਾਲ ਚੌਥਾ ਇਹ ਸੀ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਇਹ ਵੀ ਦੱਸੋ
कि ये जिहड़ा मनुखा जन्म है क्यों कर लादा, ये लादा कि ये सफला किवें होवे, मनुखा जन्म लभ्या किनू है। तो सतगुरु उत्तर देंदे गुरमुख लादा। जिहड़े गुरमुख ने ना उन्होंने गुरमुखताई दे नाल मनुखा जन्म नूं लादा कि ये सफला कर लिया है। वो गुरु की शरण विच आ गए। हों आया दूरों चल कै मैं तकी तो सरनाए जियो। गुरमुख आ गया गुरु की शरण विच आके बेनती करदे महाराज साहब जी कृपा करो, मैं आशा रखी चित मैं मेरा सबो दुख गवाए जियो। महाराज मैं बड़ी आस लैके आया, मैनू कृपा करके नाम बाणी दियां दातां बख्शिश करो, मेरे माड़े ऐब अवगुण छड़ा दिओ पातशाह कृपा करके। सिर ऊपर ठाडा गुरसूरा नानक ताके कारज पूरा। जदों गुरु की शरण विच आके तरला कीता ना, महाराज बड़े माड़े अवगुण मैं काम करदा पाप करदा, मेरे कोलों छड्डे नहीं जाते, आप कृपा करके मेरी सहायता करो। तो सतगुरु फिर सिर ते मेहर दा हथ रखदियां होयां ऐसी कृपा कर दे, उन्हां फिर गुरमुखां दे ऐसे कारज सफले कर देंदे, पाप तो छड़ा लेंदे, कुकर्म तो छड़ा लेंदे, चंगी मत दे के महाराज जी उस वेले कृपा कर दे। कहन लगे गुरमुख लादा, भाई गुरमुखां ने ये मनुखा जन्म लादा कि ये लभ्या है, भाव के सफला कर लिया है। उन्होंने बाणी पढ़ के नाम जप के अमृत वेले उठ के, सतगुरु जी का बचन है गुर सतगुर का जो सिख अखाए सो भलके उठ हर नाम ध्यावै। जिन्हें अमृत वेले उठ के नाम जपया इशनान पान करके उन्हें मनुखा जन्म लादा कि ये सफला कर लिया है। जिहड़ा अमृत वेले सुता पिया है उसने अपना मनुखा जन्म निष्फल गवा लिया है। पातशाह कहन लगे भाई गुरमुखा ने लादा कि ये सफला किया है। जां आपां इस तरह कह लईए कि गुरमुखा ने परमात्मा नूं लभ लिया है। गुरमुख कौन है? गुरमुख हन भगत प्रहलाद जी, जिन्हां ने रब नूं सारियां थावां ते लभ्या है ते उहदे वास्ते वो प्रगट भी हो गए। जिहड़े मनमुख ने उन्हां नूं रब लभ्या ही किते नहीं। भावें भगवान जी प्रतख प्रगट हो गए हरनाक्ष के सामने, रब नूं लभण दा यतन नहीं किया प्रहलाद हरनाक्ष ने, पर रब फिर भी भगत प्रहलाद दे करके प्रगट हो गया। प्रगट होने तो बावजूद भी हरनाक्ष के मन में कोई दया नहीं, कोई प्रेम नहीं, कोई भावना नहीं। जां ये नहीं जानिया भी भगवान जी प्रगट हो गया मैं मत्था ही टेक लवां, मैं माफ़ी मंग लवां, नहीं उस वेले तलवार कड्ढी कहन लगा मैं तो जंग ही करांगा। सगों लड़दा पिया है। एक वो है जिन्हें भगती करके गुरमुख बन के भगत प्रहलाद ने रब नूं सारे थावां ते वेख्या और प्रगट कर लिया। एक वो है मनमुख पापी बंदा जिहदे सामने रब प्रगट हो भी गया है फिर भी उन्हें नहीं मन्निया, कहन लगा मैं नहीं मनदा इस रब नूं, मैं तो लड़ाई करांगा। लड़ाई करके अपने आप नूं मरवाया। हरनाकस दुष्ट हर मारिया, तां उन्होंने दुष्ट कहा भी तेरे सामने वो भलिया रब खुद प्रगट हो गया परमात्मा आके, तू सामने प्रगट होए नूं भी नहीं पा सकिया, नमस्कार नहीं कर सकिया, माफ़ी नहीं मंग सकिया। इस तरह के भी दुनिया उपर पापी होए तां दुष्ट कहा जाता हरनाक्ष नूं। एक पासे तो लभण वाला लभदा पिया उन्हें प्रगट भी कर लिया, दूजे पासे जिहदे अगे प्रगट होया उन्हें मन्निया ही नहीं, मैं नहीं मनदा ये कौन है। पातशाह कहन लगे गुरमुखां ने गुरमुखताई दे नाल रब नूं लभ्या। गुरमुखताई की है? उहदे भाणे विच उहदी रजा विच राजी रहना। रजा की है कि जदों हरनाक्ष ने हुक्म दिता भी इहनूं उच्ची पहाड़ी तो थले सुट दिओ, तो प्रहलाद ने एक बारी नहीं कहा भी नहीं मैनू ना सुटो, उन्हें रब ते डोरी सटी। परमात्मा जो करदा ठीक करदा, जे उहदे हुक्म दे विच सटना ही है ना तो फिर सट ही देना। सट दिता, बचाव हो गया। हुक्म हो गया इसनूं पानी विच डोब के मार देवो, ਉਹਦਾ ਵਿਰੋਧ नहीं किया है कि मैनू पानी में क्यों डुबन लगे हो, मैं नहीं डुबना चाहता। नहीं, ये भी ਉਹਦਾ हुक्म ही है, जो डुबना होया तो डुब ही जाना है। लकड़ां दी चिखा तैयार करके उपर बिठा के लकड़ां नूं अग लाई है। विरोध नहीं किया प्रहलाद ने भी लकड़ां ते क्यों बिठाउण लगे, मैं तो मर जावांगा। नहीं, ये भी ਉਹਦਾ भाणा ही है, जे लकड़ां 'च सड़ के मरना होया तो मर ही जाना है। ਜਦੋਂ परमात्मा ने वेख्या भी ये भाणे विच है, गिला शिकवा करदा ही कोई नहीं, हुक्म दे अंदर है, तो फिर उसकी रखिया वास्ते वो प्रतख आके सामने हो गया। कहन लगे फिक्र ना कर, असीं तेरी रखिया करांगे। ये है गुरमुखां दा जीवन, हर वेले उहदे हुक्म दे विच उहदी रजा विच राजी रहना। साखी आपां कई वारी सरवण कीती है, पर गुरमुखो साखी दे कई पहलू होया करदे, जिहड़े पासे मर्जी आपां समझ लईए ज्ञान लैण वास्ते।
ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹ ਗੁਰਮੁਖਤਾਈ ਕਰਕੇ ਰੱਬ ਨੂੰ ਲੱਭ ਲੈਂਦੇ, ਤੇ ਜਿਹੜੇ ਮਨਮੁਖ ਨੇ ਹਰਨਾਕਸ਼ ਵਰਗੇ ਉਹ ਲੱਭੇ ਹੋਏ ਰੱਬ ਨੂੰ ਵੀ ਪਾ ਨਹੀਂ ਸਕਦੇ, ਉਹਨਾਂ ਨੇ ਮਨੁੱਖਾ ਜਨਮ ਗਵਾਉਣਾ ਕੀਤਾ ਹੈ। ਸਤਿਗੁਰ ਮਿਲੈ ਅੰਧੇਰਾ ਜਾਏ, ਇਹ ਪੜੋ। ਸਤਿਗੁਰ ਮਿਲੇ ਅੰਧੇਰਾ ਜਾਏ, ਨਾਨਕ ਹਉਮੈ ਮੇਟ ਸਮਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਅੱਗੇ ਜਿਹੜਾ ਪੰਜਵਾਂ ਸਵਾਲ ਹੈ ਇਹ ਕੀਤਾ ਗਿਆ, ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ। ਤੇ ਮਹਾਰਾਜ ਕਹਿਣ ਲੱਗੇ, ਭਾਈ ਹਉਮੈ ਦੇ ਮੇਟਣ ਕਰਕੇ ਅੰਤਹਿਕਰਨ ਨਿਰਮਲ ਹੁੰਦਾ ਹੈ, ਨਾਨਕ ਹਉਮੈ ਮੇਟ ਸਮਾਏ। ਪੰਜਵਾਂ ਸਵਾਲ ਇਹ ਸੀ ਨਾ ਕਿ ਪਾਤਸ਼ਾਹ ਜੀ ਇਹ ਮਨ ਨਿਰਮਲ ਕਿਵੇਂ ਹੁੰਦਾ ਹੈ। ਸੋ ਬਚਨ ਆ ਗਿਆ ਮਹਾਰਾਜ ਸਾਹਿਬ ਜੀ ਦਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ। ਇਹ ਮਨ ਨਿਰਮਲ ਕਿਵੇਂ ਹੋਵੇ। ਸਤਿਗੁਰੂ ਜਵਾਬ ਦਿੰਦੇ, ਨਾਨਕ ਹਉਮੈ ਮੇਟ, ਜਿਨੇ ਹਉਮੈ ਮੇਟ ਦਿੱਤੀ ਮਨ ਉਹਦਾ ਨਿਰਮਲ ਹੋਵੇਗਾ। ਜੇ ਕਿਤੇ ਹਉਮੈ ਜਰਾ ਜਿੰਨੀ ਰਹਿ ਗਈ ਨਾ, ਥੋੜ੍ਹੀ ਜਿੰਨੀ ਵੀ ਕਿਤੇ ਹਉਮੈ ਰਹਿ ਗਈ ਨਾ, ਉਹ ਮਨ ਨਿਰਮਲ ਨਹੀਂ ਹੋਣ ਦੇਵੇਗੀ, ਮਨ ਨੂੰ ਰੋਕ ਲਵੇਗੀ। ਪਾਤਸ਼ਾਹ ਕਹਿਣ ਲੱਗੇ, ਗੁਰਮੁਖਾਂ ਨੇ ਹਉਮੈ ਨੂੰ ਮੇਟ ਕੇ ਅੰਤਹਿਕਰਨ ਨੂੰ ਨਿਰਮਲ ਕੀਤਾ ਹੈ। ਅਗਲਾ ਸਵਾਲ ਇਹ ਹੈ, ਕਿਉਂ ਕਰ ਅੰਧਿਆਰਾ। ਪਾਤਸ਼ਾਹ ਜੀ ਅਗਿਆਨਤਾ ਰੂਪੀ ਹਨੇਰਾ ਦੂਰ ਕਿਵੇਂ ਹੋਵੇ। ਇਹ 6ਵਾਂ ਸਵਾਲ ਸੀਗਾ ਸਿੱਧਾਂ ਦਾ। ਤੇ ਸਤਿਗੁਰੂ ਇਸ ਤੋਂ ਪਹਿਲੀ ਪੰਕਤੀ ਬਖਸ਼ਿਸ਼ ਕਰਦੇ, ਕਹਿਣ ਲੱਗੇ, ਸਤਿਗੁਰ ਮਿਲੈ ਅੰਧੇਰਾ ਜਾਏ। ਜੇ ਪੂਰਾ ਗੁਰੂ ਮਿਲ ਜਾਵੇ ਨਾ, ਬ੍ਰਹਮ ਨੇਸ਼ਟੀ ਗੁਰੂ ਮਿਲ ਜਾਵੇ, ਬ੍ਰਹਮ ਸਰੋਤੀ ਮਿਲ ਜਾਵੇ, ਪਰਮੇਸ਼ਰ ਨਾਲ ਮਿਲਿਆ ਹੋਇਆ ਗੁਰੂ ਮਿਲ ਜਾਵੇ। ਗੁਰੂ ਤੇ ਗੁਰਮੁਖੋ ਬੜੇ ਨੇ ਸੰਸਾਰ ਵਿੱਚ, ਉਨੀਆਂ ਦੁਕਾਨਾਂ ਨਹੀਂ ਬਾਜ਼ਾਰ ਵਿੱਚ ਹੁੰਦੀਆਂ ਜਿੰਨੇ ਗੁਰੂ ਅੱਜ ਬਣ ਕੇ ਬੈਠੇ ਹੋਏ। ਇੱਟ ਇੱਟ ਦੇ ਉੱਪਰ ਗੁਰੂ ਬਣ ਕੇ ਬੈਠਾ ਹੋਇਆ। ਪਰ ਪਾਤਸ਼ਾਹ ਕਹਿਣ ਲੱਗੇ, ਪੂਰਾ ਗੁਰੂ ਭਾਈ ਵਿਰਲਾ ਹੀ ਹੈ, ਕੋਈ ਹੈ ਪੂਰਾ ਗੁਰੂ ਜਿਹੜਾ ਸੰਸਾਰ ਤੋਂ ਤਰਦਾ ਹੈ। ਸਤਿਗੁਰ ਮਿਲੈ, ਇਸ ਤਰ੍ਹਾਂ ਦਾ ਜੇ ਗੁਰੂ ਮਿਲ ਜਾਵੇ, ਅੰਧੇਰਾ ਜਾਵੇ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ। ਕਿਉਂ ਕਰ ਅੰਧਿਆਰਾ। ਸਵਾਲ ਇਹ ਸੀ ਵੀ ਹਨੇਰਾ ਕਿਵੇਂ ਦੂਰ ਹੋਵੇ ਅਗਿਆਨਤਾ ਦਾ। ਸਤਿਗੁਰੂ ਕਹਿਣ ਲੱਗੇ, ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਸਤੇ ਭਾਈ ਪੂਰਾ ਗੁਰੂ ਮਿਲਣਾ ਚਾਹੀਦਾ। ਪੂਰਾ ਗੁਰੂ ਮਿਲ ਜਾਵੇ ਤੇ ਫਿਰ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਸੁਨ ਨਿਰੰਤਰ ਦੀਜੈ ਬੰਦ। ਅੱਗੇ ਮਹਾਰਾਜ ਸਾਹਿਬ ਜੀ ਸਿਧਾਂਤ ਦੀ ਪੌੜੀ ਬਖਸ਼ਿਸ਼ ਕਰਦੇ, ਕਹਿਣ ਲੱਗੇ, ਸੁਨ ਨਿਰੰਤਰ ਇੱਕ ਰਸ ਸੁਨ ਕਹੀਏ ਜੋ ਅਫੁਰ ਬ੍ਰਹਮ ਹੈ, ਉਸ ਵਿੱਚ ਦੀਜੈ ਬੰਦ ਆਪਣੀ ਬਿਰਤੀ ਨੂੰ ਬੰਨ ਦੇਣਾ ਕਰੇ। ਨਿਰੰਤਰ ਇੱਕ ਰਸ ਅਸੁਨ ਕਹੀਏ ਜੋ ਅਫੁਰ ਪਰਮਾਤਮਾ ਹੈ, ਦੀਜੈ ਬੰਦ ਉਹਦੇ ਵਿੱਚ ਆਪਣੀ ਬਿਰਤੀ ਬੰਨ ਦੇਵੇ, ਧਿਆਨ ਉਹਦੇ ਵਿੱਚ ਟਿਕਾ ਦੇਣਾ ਕਰੇ। ਉੱਡੇ ਨਾ ਹੰਸਾ ਪੜੈ ਨ ਕੰਦ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਉੱਡੇ ਨਾ ਹੰਸਾ, ਇਹ ਜਿਹੜਾ ਜੀਵ ਹੈ ਉਸ ਵੇਲੇ ਕਹਿੰਦੇ ਉੱਡਦਾ ਨਹੀਂ ਹੈ, ਪਰੇ ਨਾ ਕੰਧ ਤੇ ਸਰੀਰਾਂ ਵਿੱਚ ਨਹੀਂ ਪੈਂਦਾ ਹੈ। ਉੱਡ ਕੇ ਕਿੱਥੇ ਜਾਣਾ ਹੈ। ਇੱਕ ਜਨਮ ਤੋਂ ਉੱਡ ਕੇ ਦੂਜੇ ਵਿੱਚ ਪੈ ਜਾਣਾ, ਇੱਕ ਸਰੀਰ ਤੋਂ ਨਿਕਲ ਕੇ ਦੂਜੇ ਵਿੱਚ ਆਤਮਾ ਪੈ ਜਾਂਦੀ ਹੈ। ਮਹਾਰਾਜ ਕਹਿਣ ਲੱਗੇ, ਜਿਹੜੇ ਪਰਮਾਤਮਾ ਦੇ ਨਾਮ ਨੂੰ ਜਪਦੇ ਪਏ ਗੁਰਮੁਖ, ਸੁਨ ਨਿਰੰਤਰ ਦੀਜੈ ਬੰਦ, ਨਿਰੰਤਰ ਇੱਕ ਰਸ ਸੁਨ ਜੋ ਅਫੁਰ ਪਰਮਾਤਮਾ ਹੈ, ਦੀਜੈ ਬੰਦ ਜਿਨ੍ਹਾਂ ਨੇ ਉਹਦੇ ਵਿੱਚ ਆਪਣੀ ਬਿਰਤੀ ਟਿਕਾ ਲਈ ਹੈ ਨਾ। ਪਾਤਸ਼ਾਹ ਕਹਿਣ ਲੱਗੇ, ਉੱਡੈ ਨਾ ਹੰਸਾ, ਫਿਰ ਇਹ ਜੀਵ ਉੱਡ ਕੇ ਹੋਰ ਪਾਸੇ ਨਹੀਂ ਜਾਂਦਾ ਹੈ। ਪਰੈ ਨਾ ਕੰਧ, ਨਾ ਹੀ ਕਿਸੇ ਹੋਰ ਸਰੀਰ ਵਿੱਚ ਜਾ ਕੇ ਪੈਂਦਾ ਹੈ, ਜਨਮਾਂ ਵਿੱਚ ਨਹੀਂ ਪੈਂਦਾ ਹੈ। ਸਹਿਜ ਗੁਫਾ ਘਰ ਜਾਣੈ ਸਾਚਾ। ਤੇ ਪਾਤਸ਼ਾਹ ਕਹਿਣ ਲੱਗੇ, ਸਹਿਜ ਗੁਫਾ ਸ਼ਾਂਤੀ ਰੂਪੀ ਗੁਫਾ ਵਿੱਚ ਪ੍ਰਵੇਸ਼ ਕਰਦਾ। ਸਹਿਜ ਤੋਂ ਭਾਵ ਸ਼ਾਂਤੀ ਹੀ ਸ਼ਾਂਤੀ ਹੋ ਜਾਂਦੀ ਹੈ, ਪ੍ਰਵੇਸ਼ ਕਰ ਜਾਂਦਾ। ਜਾਣੈ ਸਾਚਾ, ਸਰੂਪ ਰੂਪੀ ਘਰ ਨੂੰ ਜਾਣ ਲੈਂਦਾ ਹੈ। ਨਾਨਕ ਸਾਚੇ ਭਾਵੈ ਸਾਚਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੱਚਾ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਨੂੰ ਭਾ ਜਾਂਦੇ। ਜਿਨ੍ਹਾਂ ਨੇ ਨਾਮ ਜਪਿਆ ਨਾ ਗੁਰਮੁਖਾਂ ਨੇ, ਉਹ ਪਰਮਾਤਮਾ ਨੂੰ ਭਾ ਜਾਂਦੇ ਹਨ। ਇਸ ਕਾਰਨ ਗ੍ਰਹਿਓ ਤਰਿਓ ਦਾਸੀ। ਮਹਾਰਾਜ ਇੱਕ ਸਿੱਧ ਦੇ ਅਜੇ 6 ਸਵਾਲਾਂ ਦਾ ਜਵਾਬ ਦਿੱਤਾ ਹੀ ਹੈ, ਇੰਨੇ ਚਿਰ ਨੂੰ ਸਿੱਧ ਇੱਕ ਹੋਰ ਆ ਗਿਆ। ਸਿੱਧਾਂ ਦੀ ਗਿਣਤੀ ਥੋੜ੍ਹੀ ਥੋੜ੍ਹੀ ਹੈ, ਪੂਰਾ ਸਮੇਰ ਪਰਬਤ ਮੱਲ ਕੇ ਬੈਠੇ ਹੋਏ। ਇਹ ਤਾਂ ਹੀ ਆਖਦੇ ਸਨ, ਮਹਾਰਾਜ ਸਾਨੂੰ ਇਕੱਲੇ ਇਕੱਲੇ ਨੂੰ ਮੱਥਾ ਟੇਕੋ। ਮਹਾਰਾਜ ਕਹਿੰਦੇ, ਨਹੀਂ ਭਾਈ, ਸਾਡੇ ਕੋਲ ਇੰਨਾ ਟਾਈਮ ਨਹੀਂ, ਅਸੀਂ ਵਿਹਲੇ ਨਹੀਂ ਤੁਹਾਡੇ ਵਾਂਗੂ ਇਕੱਲੇ ਇਕੱਲੇ ਨੂੰ ਨਮਸਕਾਰਾਂ ਕਰੀਏ। ਫਿਰ ਇਹਨਾਂ ਨੇ ਆਖਿਆ, ਮਹਾਰਾਜ ਚਲੋ ਮੱਥਾ ਟੇਕਣ ਲੱਗਿਆ, ਜੇ ਤੁਹਾਨੂੰ ਟਾਈਮ ਲੱਗਦਾ ਹੈ ਤੁਸੀਂ ਸਾਡੇ ਸਾਰਿਆਂ ਦੀ ਪਰਿਕਰਮਾ ਹੀ ਕਰ ਲਵੋ, ਅਸੀਂ ਬੈਠੇ ਹੋਏ ਹਾਂ। ਮਹਾਰਾਜ ਕਹਿੰਦੇ, ਦੱਸੋ ਵੀ ਤੁਹਾਡੀ ਪਰਿਕਰਮਾ ਕਰਕੇ ਮਿਲੇਗਾ ਕੀ। ਨਹੀਂ ਕਰਦੇ ਤੁਹਾਡੀ ਪਰਿਕਰਮਾ ਵੀ ਅਸੀਂ। ਜਦੋਂ ਇਹ ਬਚਨ ਸੁਣੇ ਫਿਰ ਸਵਾਲਾਂ 'ਤੇ ਉੱਤਰ ਆਏ। ਹੁਣ ਇੱਕ ਸਿੱਧ ਹੋਰ ਆ ਗਿਆ, ਉਹਨੇ ਮਹਾਰਾਜ ਜੀਆਂ ਨੂੰ 4 ਸਵਾਲ ਕੀਤੇ।
ਪਹਿਲਾ ਸਵਾਲ ਉਸਨੇ ਇਹ ਕੀਤਾ ਹੈ, ਕਿਸ ਕਾਰਨ ਗ੍ਰਹੋ ਤਜੋ ਉਦਾਸੀ। ਮਹਾਰਾਜ ਸਾਹਿਬ ਜੀ ਤੁਸੀਂ ਘਰ ਕਿਉਂ ਛੱਡਿਆ ਹੈ? ਪਹਿਲਾ ਸਵਾਲ ਇਹ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਤੁਸੀਂ ਘਰ ਛੱਡ ਕੇ ਉਦਾਸੀਆਂ ਕਰਦੇ ਪਏ ਹੋ, ਘਰ ਕਿਉਂ ਛੱਡਿਆ ਹੈ? ਭਇਆ ਉਦਾਸੀ, ਤੇ ਉਦਾਸੀ ਕਿਉਂ ਹੋਏ ਹੋ? ਉਦਾਸੀਆਂ ਵਾਲਾ ਮਤ, ਇਹ ਸਾਧੂਆਂ ਵਾਲਾ ਮਤ ਜਿਹੜਾ ਤੁਸੀਂ ਅਪਣਾ ਲਿਆ ਹੈ, ਸਾਧੂ ਬਣ ਗਏ ਹੋ, ਇਹ ਕਿਉਂ ਬਣੇ ਹੋ? ਕਿਰਪਾ ਕਰਕੇ ਦੱਸਣਾ ਕਰੋ। ਇਸ ਕਾਰਨ ਇਹੋ ਭੇਖ ਨਿਵਾਸੀ। ਦੂਜਾ ਸਵਾਲ ਇਹ ਹੈ, ਕਿਸ ਵਾਸਤੇ ਤੁਸੀਂ ਇਹ ਭੇਖ ਧਾਰਨ ਕੀਤਾ ਹੈ? ਕਿਉਂ ਤੁਸੀਂ ਸਾਧੂ ਬਣੇ ਹੋ? ਕਿਉਂ ਇਹ ਸਾਧੂਆਂ ਵਾਲੇ ਬਸਤਰ ਤੁਸੀਂ ਪਹਿਨੇ ਹਨ? ਕਿਸ ਵਖਰ ਕੇ ਤੁਮ ਵਣਜਾਰੇ। ਤੀਜਾ ਸਵਾਲ ਇਹ ਹੈ, ਕਿਹੜਾ ਸੌਦਾ ਖਰੀਦਣ ਵਾਸਤੇ ਆਏ ਹੋ? ਵਣਜਾਰਾ ਕਹੀਏ ਵਪਾਰ ਕਰਨ ਵਾਲਾ, ਵਪਾਰੀ। ਮਹਾਰਾਜ ਕਿਹੜੀ ਵਸਤੂ ਖਰੀਦਣ ਵਾਸਤੇ ਦੁਨੀਆ 'ਤੇ ਆਏ ਹੋ? ਤੁਹਾਨੂੰ ਜਨਮ ਵਿੱਚ ਕਿਹੜੀ ਵਸਤੂ ਖਰੀਦਣ ਦਾ ਪ੍ਰਯੋਜਨ ਹੈ? ਇਹ ਦੱਸਣਾ ਕਰੋ। ਇਹ ਤੀਜਾ ਸਵਾਲ ਹੈ। ਕਿਉ ਕਰ ਸਾਥ ਲੰਘਾਵੋ ਪਾਰੇ। ਸਤਿਗੁਰੂ ਪਾਤਸ਼ਾਹ ਜੀ ਤੁਸੀਂ ਆਪਣੇ ਆਪ ਨੂੰ ਸੰਸਾਰ ਤੋਂ ਪਾਰ ਕਿਵੇਂ ਕਰੋਗੇ? ਤੇ ਜਿਹੜਾ ਤੁਹਾਡਾ ਸਾਥ ਹੈ, ਤੁਹਾਡੇ ਸੰਗੀ ਸਾਥੀ, ਉਹਨਾਂ ਨੂੰ ਪਾਰ ਕਿਵੇਂ ਲੰਘਾਓਗੇ? ਇਹ ਚਾਰ ਸਵਾਲ ਨੇ। ਪਹਿਲਾ ਸਵਾਲ ਇਹ ਹੈ ਵੀ ਮਹਾਰਾਜ ਸਾਹਿਬ ਜੀ ਤੁਸੀਂ ਘਰ ਛੱਡ ਕੇ ਉਦਾਸੀ ਕਿਉਂ ਹੋਏ ਹੋ? ਦੂਜਾ ਸਵਾਲ ਇਹ ਹੈ ਵੀ ਤੁਸੀਂ ਇਹ ਜਿਹੜਾ ਭੇਖ ਧਾਰਨ ਕੀਤਾ ਸਾਧੂਆਂ ਵਾਲਾ, ਇਹ ਕਿਉਂ ਕੀਤਾ ਹੈ? ਤੀਜਾ ਸਵਾਲ, ਮਹਾਰਾਜ ਕਿਹੜੀ ਚੀਜ਼ ਦਾ ਤੁਸੀਂ ਵਪਾਰ ਕਰਨ ਵਾਸਤੇ ਦੁਨੀਆ 'ਤੇ ਆਏ ਹੋ? ਤੇ ਚੌਥਾ ਸਵਾਲ ਇਹ ਹੈ, ਪਾਤਸ਼ਾਹ ਜੀ ਤੁਸੀਂ ਆਪ ਪਾਰ ਕਿਵੇਂ ਹੋਵੋਗੇ ਤੇ ਆਪਣੇ ਸਾਥੀਆਂ ਨੂੰ ਪਾਰ ਕਿਵੇਂ ਕਰੋਗੇ? ਇਹ ਮੇਰੇ ਚਾਰ ਸਵਾਲ ਨੇ, ਕਿਰਪਾ ਕਰਕੇ ਉੱਤਰ ਦੇਵੋ। ਤੇ ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਗੁਰਮੁਖ ਖੋਜਤ ਭੈ ਉਦਾਸੀ। ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਉਸ ਪ੍ਰਮਾਤਮਾ ਨੂੰ ਖੋਜਣ ਵਾਸਤੇ ਉਦਾਸੀ ਹੋਏ ਹਾਂ। ਸਵਾਲ ਇਹ ਸੀ ਨਾ ਵੀ ਉਦਾਸੀ ਕਿਉਂ ਬਣੇ ਹੋ? ਮਹਾਰਾਜ ਕਹਿੰਦੇ ਤਾਂ ਬਣੇ ਆ ਵੀ ਅਸੀਂ ਪ੍ਰਮਾਤਮਾ ਨੂੰ ਮਿਲਣ ਵਾਸਤੇ, ਉਹਨੂੰ ਲੱਭਣ ਵਾਸਤੇ ਉਦਾਸੀਨ ਹੋ ਕੇ ਇਹ ਸਾਧੂਆਂ ਵਾਲੇ ਬਸਤਰ ਪਾ ਕੇ ਤਾਂ ਤੁਰੇ ਆ, ਪਰਮਾਤਮਾ ਨੂੰ ਲੱਭਣਾ ਚਾਹੁੰਦੇ ਹਾਂ। ਦਰਸ਼ਨ ਕੇ ਤਾਈ ਭੇਖ ਨਿਵਾਸੀ। ਦੂਜਾ ਸਵਾਲ ਇਹ ਸੀ ਵੀ ਤੁਸੀਂ ਇਹ ਭੇਖ ਕਿਉਂ ਧਾਰਨ ਕੀਤਾ ਹੈ? ਪਾਤਸ਼ਾਹ ਕਹਿਣ ਲੱਗੇ, ਦਰਸ਼ਨ ਕੈ ਤਾਈ। ਹੇ ਸਿੱਧੋ ਤੁਹਾਡੇ ਦਰਸ਼ਨ ਵਾਸਤੇ ਸਾਨੂੰ ਆ ਭੇਖ ਬਣਾਉਣਾ ਪਿਆ। ਸਿੱਧਾਂ ਦੇ ਦਰਸ਼ਨ ਕਰਨ ਵਾਸਤੇ ਅਸੀਂ ਆਏ ਹਾਂ, ਤਾਂ ਅਸੀਂ ਇਹ ਭੇਖ ਸਾਧੂਆਂ ਵਾਲਾ ਬਣਾਇਆ ਹੈ। ਫਿਰ ਫਰਮਾਉਂਦੇ ਹਨ, ਦਰਸ਼ਨ ਕੇ ਤਾਈ ਭੇਖ ਨਿਵਾਸੀ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਸਿੱਧੋ ਪਰਮਾਤਮਾ ਦੇ ਦਰਸ਼ਨ ਵਾਸਤੇ ਅਸੀਂ ਆਪਣਾ ਭੇਸ ਬਣਾਇਆ ਹੈ। ਇਹ ਤੁਹਾਡੇ ਦੂਜੇ ਸਵਾਲ ਦਾ ਜਵਾਬ ਹੈ। ਸਾਚ ਵਖਰ ਕੇ ਹਮ ਵਣਜਾਰੇ। ਸਿੱਧਾਂ ਨੇ ਪੁੱਛਿਆ ਸੀ, ਮਹਾਰਾਜ ਕਾਹਦਾ ਵਪਾਰ ਕਰਦੇ ਦੁਨੀਆ ਵਿੱਚ? ਪਾਤਸ਼ਾਹ ਕਹਿਣ ਲੱਗੇ, ਸਾਚ ਵਖਰ ਕੇ। ਵਖਰ ਨਾਮ ਹੈ ਸੌਦੇ ਦਾ, ਤੇ ਸਾਚ ਨਾਮ ਹੈ ਸੱਚੇ ਨਾਮ ਦਾ। ਅਸੀਂ ਸੱਚੇ ਨਾਮ ਦਾ ਸੌਦਾ ਕਰਨ ਦੇ ਵਣਜਾਰੇ ਬਣੇ ਆ। ਅਸੀਂ ਇਹ ਵਪਾਰ ਹੀ ਕਰਦੇ ਪਏ, ਨਾਮ ਦਾ ਵਪਾਰ। ਗੁਰਮੁਖੋ ਵਪਾਰ ਇਸ ਤਰ੍ਹਾਂ ਹੁੰਦਾ ਹੈ, ਇੱਕ ਚੀਜ਼ ਦੇਣੀ ਪੈਂਦੀ ਹੈ ਤੇ ਦੂਜੀ ਲੈਣੀ ਪੈਂਦੀ। ਜਿਵੇਂ ਆਪਾਂ ਮੰਨ ਲਓ ਦੁਕਾਨ 'ਤੇ ਜਾਂਦੇ ਹਾਂ, ਪੈਸੇ ਦਿੰਦੇ ਹਾਂ ਤੇ ਕੋਈ ਵਸਤੂ ਖਰੀਦ ਲੈਂਦੇ ਹਾਂ, ਉਹ ਹੋ ਗਿਆ ਵਪਾਰ ਕੀਤਾ ਹੈ। ਪਾਤਸ਼ਾਹ ਤੁਸੀਂ ਵਪਾਰ ਕਿਵੇਂ ਕਰਦੇ ਪਏ? ਮਹਾਰਾਜ ਕਹਿਣ ਲੱਗੇ, ਅਸੀਂ ਕੀਮਤੀ ਸਵਾਸ ਆਪਣੇ ਦਿੰਦੇ ਪਏ ਹਾਂ ਤੇ ਪਰਮਾਤਮਾ ਦਾ ਕੀਮਤੀ ਨਾਮ ਲੈਂਦੇ ਪਏ ਹਾਂ। ਇਹ ਅਸੀਂ ਵਪਾਰ ਕਰਦੇ ਪਏ। ਸਾਚ ਵਖਰ ਕੇ ਹਮ ਵਣਜਾਰੇ। ਸੱਚੇ ਨਾਮ ਦੇ ਅਸੀਂ ਵਣਜਾਰੇ ਹਾਂ, ਵਪਾਰ ਕਰਨ ਵਾਲੇ। ਨਾਮ ਖਰੀਦਣ ਵਾਸਤੇ, ਨਾਮ ਲੈਣ ਵਾਸਤੇ ਇਸ ਦੁਨੀਆ 'ਤੇ ਅਸੀਂ ਆਏ ਹੋਏ ਹਾਂ। ਨਾਨਕ ਗੁਰਮੁਖ ਉਤਰਸ ਪਾਰੇ। ਅਗਲਾ ਸਵਾਲ ਇਹ ਹੈ ਵੀ ਤੁਸੀਂ ਦੁਨੀਆ ਤੋਂ ਪਾਰ ਕਿਵੇਂ ਹੋਵੋਗੇ ਤੇ ਆਪਣੇ ਸਾਥ ਨੂੰ ਪਾਰ ਕਿਵੇਂ ਲੰਘਾਓਗੇ? ਇਹ ਚੌਥਾ ਸਵਾਲ ਸੀ ਨਾ, ਵੀ ਤੁਸੀਂ ਆਪ ਕਿਵੇਂ ਪਾਰ ਹੋਵੋਗੇ ਮਹਾਰਾਜ, ਤੇ ਆਪਣੇ ਸਾਥ ਨੂੰ ਪਾਰ ਕਿਵੇਂ ਕਰੋਗੇ? ਤੇ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਨਾਨਕ ਗੁਰਮੁਖ ਉਤਰਸ ਪਾਰੇ। ਅਸੀਂ ਮੁਖੀ ਗੁਰਾਂ ਦੇ ਉਪਦੇਸ਼ ਨੂੰ ਧਾਰਨ ਕਰਕੇ ਜਦੋਂ ਗੁਰਾਂ ਦੁਆਰੇ ਨਾਮ ਨੂੰ ਜਪਾਂਗੇ ਤੇ ਅਸੀਂ ਸੰਸਾਰ ਤੋਂ ਪਾਰ ਹੋ ਜਾਵਾਂਗੇ। ਤੇ ਸਾਡਾ ਗੁਰੂ ਕੌਣ ਹੈ? ਸਾਡਾ ਗੁਰੂ ਸ਼ਬਦ ਹੈ, ਸਾਡਾ ਗੁਰੂ ਪਰਮਾਤਮਾ ਹੈ। ਸੁਲਤਾਨਪੁਰ ਦੀ ਧਰਤੀ 'ਤੇ ਮਹਾਰਾਜ ਜੀਆਂ ਨੇ ਉਸ ਵੇਲੇ ਵੇਈ ਨਦੀ ਵਿੱਚ ਟੁੱਬੀ ਲਾ ਕੇ, ਜਿੱਥੇ ਗੁਰਦੁਆਰਾ ਬੇਰ ਸਾਹਿਬ ਬਣਿਆ ਹੋਇਆ, ਇੱਥੋਂ ਟੁੱਬੀ ਲਾ ਕੇ ਮਹਾਰਾਜ ਜੀ ਨਿਰੰਕਾਰ ਦੇ ਦੇਸ਼ ਪਹੁੰਚ ਗਏ। 3 ਦਿਨਾਂ ਬਾਅਦ ਪਾਤਸ਼ਾਹ ਜੀ ਉਸ ਵੇਲੇ ਪ੍ਰਗਟ ਹੋ ਕੇ ਫਿਰ ਸੰਸਾਰ ਵਿੱਚ ਆਏ। ਅਕਾਲ ਪੁਰਖ ਦੇ ਦੇਸ਼ ਪਹੁੰਚ ਕੇ ਉੱਥੇ ਸਿਫਤ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀਆਂ ਨੇ ਸੋਦਰ ਦਾ ਸ਼ਬਦ ਬਖਸ਼ਿਸ਼ ਕੀਤਾ। ਸੋਦਰ ਕਿਹਾ, ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ। ਇਹ 3 ਵਾਰੀ ਸ਼ਬਦ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ।
ਇੱਕ ਵਾਰੀ ਇਹ ਸ਼ਬਦ ਮਹਾਰਾਜ ਜੀਆਂ ਨੇ ਪਰਮੇਸ਼ਰ ਦੇ ਸਾਹਮਣੇ ਬਖਸ਼ਿਸ਼ ਕੀਤਾ ਹੈ, ਅਕਾਲ ਪੁਰਖ ਦੀ ਵਡਿਆਈ ਕਰਦਿਆਂ ਹੋਇਆਂ। ਦੂਜੀ ਵਾਰੀ ਇਹੋ ਹੀ ਸੋਦਰ ਦਾ ਸ਼ਬਦ ਮਹਾਰਾਜ ਜੀਆਂ ਨੇ ਜਦੋਂ ਸਿੱਧਾਂ ਨਾਲ ਚਰਚਾ ਹੋਈ ਹੈ, ਉੱਥੇ ਮਹਾਰਾਜ ਜੀਆਂ ਨੇ ਉਚਾਰ ਕੇ ਆਖਿਆ ਪਰਮਾਤਮਾ ਦਾ ਦਰ ਐਸਾ ਹੈ। ਤੀਜੀ ਵਾਰੀ ਸਤਿਗੁਰਾਂ ਦੇ ਵੱਡੇ ਭੈਣ ਬੇਬੇ ਨਾਨਕੀ ਜੀ ਨੇ ਆਖਿਆ, ਕਹਿਣ ਲੱਗੇ ਭਰਾ ਜੀ ਤੁਸੀਂ ਸੱਚਖੰਡ ਦੇ ਦਰਸ਼ਨ ਕਰਕੇ ਆਏ ਹੋ, ਸਾਨੂੰ ਵੀ ਉਹਦੀ ਮਹਿਮਾ ਦੱਸੋ ਵੀ ਉਹ ਕਿਸ ਤਰ੍ਹਾਂ ਦਾ ਹੈ। ਆਪਣੀ ਵੱਡੀ ਭੈਣ ਬੇਬੇ ਦੇ ਬਚਨ ਸੁਣ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਿਰ ਤੀਜੀ ਵਾਰੀ ਇਹ ਸੋਦਰ ਦਾ ਸ਼ਬਦ ਬਖਸ਼ਿਆ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਵਾਰੀਆਂ ਆਪਾਂ ਇਹ ਸ਼ਬਦ ਪੜ੍ਹਦੇ ਹਾਂ। ਰੋ ਵਿਚਾਰ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਪਰਮਾਤਮਾ ਦੇ ਕੋਲੋਂ ਨਾਮ, ਜਦੋਂ ਮਹਾਰਾਜ ਨੇ ਟੁੱਬੀ ਲਾਈ ਨਾ ਸੱਚਖੰਡ ਦਰਬਾਰ ਪਹੁੰਚੇ, ਉੱਥੋਂ ਅਕਾਲ ਪੁਰਖ ਨੇ ਫਿਰ ਗੁਰੂ ਬਣ ਕੇ ਨਾਮ ਦੀ ਦਿਖਿਆ ਬਖਸ਼ਿਸ਼ ਕੀਤੀ। ਤੇ ਪਾਤਸ਼ਾਹ ਕਹਿਣ ਲੱਗੇ ਨਾਨਕ ਗੁਰਮੁਖ ਉਤਰਸ ਪਾਰੇ, ਅਸੀਂ ਜਿਹੜਾ ਪਰਮਾਤਮਾ ਕੋਲੋਂ ਨਾਮ ਲੈ ਕੇ ਆਏ ਆ ਉਹ ਜਪਾਂਗੇ ਤੇ ਅਸੀਂ ਪਾਰ ਹੋ ਜਾਵਾਂਗੇ, ਅਸੀਂ ਇਸ ਤਰ੍ਹਾਂ ਪਾਰ ਹੋਣਾ। ਸਿੱਧਾ ਨੇ ਸਵਾਲ ਕੀਤਾ ਮਹਾਰਾਜ ਤੁਸੀਂ ਤੇ ਪਾਰ ਹੋ ਜਾਓਗੇ, ਆਪਣੇ ਚੇਲੇ ਕਿਵੇਂ ਪਾਰ ਕਰੋਗੇ, ਆਪਣੀ ਸੰਗਤ ਦਾ ਬੇੜਾ ਕਿਵੇਂ ਪਾਰ ਲੰਘਾਓਗੇ। ਤੇ ਮਹਾਰਾਜ ਕਹਿਣ ਲੱਗੇ ਜਿਹੜਾ ਨਾਮ ਅਸੀਂ ਜਪਿਆ ਨਾ ਇਹੋ ਹੀ ਨਾਮ ਅਸੀਂ ਆਪਣੀ ਸੰਗਤ ਨੂੰ ਦੇਵਾਂਗੇ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਗੁਰ ਮੰਤਰ ਉਹ ਹੁੰਦਾ ਜਿਹੜਾ ਗੁਰੂ ਵੱਲੋਂ ਮਿਲੇ, ਗੁਰੂ ਵੱਲੋਂ ਮਿਲਿਆ ਮੰਤਰ ਉਹਨੂੰ ਕਿਹਾ ਜਾਂਦਾ ਗੁਰ ਮੰਤਰ। ਤੇ ਵਾਹਿਗੁਰੂ ਗੁਰ ਮੰਤਰ ਗੁਰੂ ਵੱਲੋਂ ਮਿਲਿਆ। ਪਾਤਸ਼ਾਹ ਕਹਿਣ ਲੱਗੇ ਭਾਈ ਇਹ ਮੰਤਰ ਅਸੀਂ ਜਦੋਂ ਜਪਾਂਗੇ ਨਾ ਆਪ ਵੀ ਪਾਰ ਹੋ ਜਾਵਾਂਗੇ, ਤੇ ਜਿਹੜੇ ਸਾਡੇ ਜਪਣ ਵਾਲੇ ਸਿੱਖ ਨੇ ਉਹ ਵੀ ਸੰਸਾਰ ਤੋਂ ਪਾਰ ਹੋ ਜਾਣਗੇ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਹਨਾਂ ਸਿੱਧਾਂ ਨੂੰ ਜਵਾਬ ਦਿੰਦੇ ਪਏ। ਜਦੋਂ ਮਹਾਰਾਜ ਜੀਆਂ ਨੇ ਨਿਰੁੱਤਰ ਕਰ ਦਿੱਤਾ, ਇੰਨੇ ਚਿਰ ਨੂੰ ਇੱਕ ਸਿੱਧ ਫਿਰ ਆ ਗਿਆ, ਕਹਿਣ ਲੱਗਾ ਮਹਾਰਾਜ ਮੇਰੇ ਵੀ ਸਵਾਲ ਨੇ, ਉਹਨਾਂ ਸਵਾਲਾਂ ਦਾ ਜਵਾਬ ਦਿਓ। ਪਾਤਸ਼ਾਹ ਨੂੰ ਕਹਿੰਦਾ ਪਾਤਸ਼ਾਹ ਜੀ ਮੇਰੇ 6 ਸਵਾਲ ਨੇ ਤੁਹਾਡੇ ਸਾਹਮਣੇ, ਮੈਂ 6 ਦੇ 6 ਇਹ ਸਵਾਲ ਤੁਹਾਡੇ ਸਾਹਮਣੇ ਰੱਖਦਾ ਹਾਂ, ਤੁਸੀਂ ਇਹਨਾਂ ਸਵਾਲਾਂ ਦਾ ਮੈਨੂੰ ਜਵਾਬ ਦੇਣਾ ਕਰੋ। ਕਿਤ ਬਿਦ ਪੁਰਖਾ ਜਨਮ ਬਟਾਇਆ, ਪਹਿਲਾ ਇਹ ਹੈ ਸਵਾਲ ਵੀ ਮਹਾਰਾਜ ਸਾਹਿਬ ਜੀ ਤੁਸੀਂ ਕਿਸ ਵਾਸਤੇ ਆਪਣਾ ਇਹ ਜਨਮ ਬਦਲਾਇਆ ਹੈ, ਇਹ ਜਨਮ ਕਿਉਂ ਬਦਲਾਇਆ ਹੈ, ਇਹ ਮੈਨੂੰ ਦੱਸਣਾ ਕਰੋ। ਕਾਹੇ ਕੋ ਤੁਝ ਇਹੋ ਮਨ ਲਾਇਆ, ਮਹਾਰਾਜ ਤੁਸੀਂ ਇਹ ਜਿਹੜਾ ਮਨ ਹੈ ਇਹ ਕਿਸ ਵਾਸਤੇ ਤੇ ਕਿਸ ਵਸਤੂ ਨਾਲ ਲਾਇਆ, ਤੁਹਾਨੂੰ ਕਿਹੜੀ ਵਸਤੂ ਚੰਗੀ ਲੱਗਦੀ ਹੈ, ਕਿਸ ਵਸਤੂ ਨਾਲ ਆਪਣਾ ਮਨ ਲਾ ਕੇ ਬੈਠੇ ਹੋ, ਇਹ ਮੇਰਾ ਦੂਜਾ ਸਵਾਲ ਹੈ। ਕਿਤ ਬਿਦ ਆਸਾ ਮਨਸਾ ਖਾਈ, ਇਹ ਮਨਸਾ ਜਿਹੜੀ ਬੁੱਧੀ ਹੈ ਉਹਦੇ ਨਾਲ ਆਸਾ ਜਿਹੜੀ ਹੈ ਉਹ ਕਿਸ ਪ੍ਰਕਾਰ ਤੁਸੀਂ ਨਾਸ ਕੀਤੀ ਹੈ, ਤੁਸੀਂ ਆਪਣੀਆਂ ਆਸਾ ਕਿਵੇਂ ਖਤਮ ਕੀਤੀਆਂ, ਇਹ ਮੇਰਾ ਤੀਜਾ ਸਵਾਲ ਹੈ। ਕਿਤ ਬਿਦ ਜੋਤ ਨਿਰੰਤਰ ਪਾਈ, ਤੇ ਪਰਮਾਤਮਾ ਦੀ ਪ੍ਰਾਪਤੀ ਤੁਸੀਂ ਕਿਵੇਂ ਪਾਈ ਹੈ, ਅਕਾਲ ਪੁਰਖ ਦਾ ਗਿਆਨ ਤੁਸੀਂ ਕਿਵੇਂ ਪਾਇਆ, ਇਹ ਚੌਥਾ ਸਵਾਲ ਹੈ। ਬਿਨ ਦੰਤਾਂ ਕਿਉਂ ਖਾਈਏ ਸਾਰ, ਮਹਾਰਾਜ ਦੰਦਾਂ ਬਿਨਾ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ। ਵੈਸੇ ਤੇ ਗੁਰਮੁਖੋ ਲੋਹਾ ਦੰਦਾਂ ਨਾਲ ਵੀ ਨਹੀਂ ਖਾਧਾ ਜਾ ਸਕਦਾ, ਦੰਦ ਟੁੱਟ ਜਾਣਗੇ, ਲੋਹੇ ਨੂੰ ਕੁਝ ਨਹੀਂ ਹੋਣਾ ਹੈ। ਪਰ ਸਿੱਧਾਂ ਦਾ ਸਵਾਲ ਇਹ ਹੈ ਵੀ ਮਹਾਰਾਜ ਬਿਨਾ ਦੰਦਾਂ ਤੋਂ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ, ਇਹ ਪੰਜਵਾਂ ਸਵਾਲ ਹੈ। ਤੇ ਬਖਸ਼ਿਸ਼ ਕਰਦੇ ਹਨ ਨਾਨਕ ਸਾਚਾ ਕਰੋ ਵਿਚਾਰ, ਤੇ ਪਾਤਸ਼ਾਹ ਨੂੰ ਕਹਿਣ ਲੱਗੇ ਮਹਾਰਾਜ ਸੰਸਾਰ ਤੋਂ ਤਰੀਦਾ ਕਿਵੇਂ ਹੈ, ਇਹ ਸੱਚਾ ਵਿਚਾਰ ਦਿਓ ਵੀ ਜੇ ਅਸੀਂ ਤਰਨਾ ਹੋਵੇ, ਆਪਾਂ ਸਾਰੇ ਤਰਨਾ ਹੀ ਚਾਹੁੰਦੇ ਨਾ ਦੁਨੀਆ ਤੋਂ, ਮਹਾਰਾਜ ਦੁਨੀਆ ਤੋਂ ਤਰੀਦਾ ਕਿਵੇਂ ਹੈ, ਇਹ ਮੇਰਾ ਸਵਾਲ ਹੈ, ਕਿਰਪਾ ਕਰਕੇ ਆਪ ਜੀ ਦੱਸੋ। ਇਹ 6 ਸਵਾਲ ਜਿਹੜੇ ਨੇ ਇਹਨਾਂ ਸਿੱਧਾਂ ਨੇ ਮਹਾਰਾਜ ਦੇ ਅੱਗੇ ਰੱਖੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਹਨਾਂ ਸਿੱਧਾਂ ਦੇ ਸਵਾਲਾਂ ਦਾ ਕਿਵੇਂ ਜਵਾਬ ਦੇਣਗੇ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਵਸ ਜਾਵੇ ਤਾਂ ਕਿ ਸਾਡਾ ਭਲਾ ਹੋਵੇ। ਇਹ ਸਿੱਧਾਂ ਨੇ ਸਵਾਲ ਕੀਤੇ, ਮਹਾਰਾਜ ਜਵਾਬ ਦੇਣਗੇ। ਇਹ ਸਿੱਧ ਗੋਸ਼ਟ ਬਾਣੀ ਆਪਾਂ ਅਜੇ ਹੋਰ ਕਈ ਦਿਨ ਸਰਵਣ ਕਰਾਂਗੇ। ਇਸੇ ਤਰ੍ਹਾਂ ਹੀ ਸਵਾਲ ਜਵਾਬ ਚੱਲਦੇ ਰਹਿਣੇ। ਆਪ ਸੰਗਤਾਂ ਸਮੇਂ ਸਿਰ ਪਹੁੰਚ ਕੇ ਇਹ ਬਾਣੀ ਸਰਵਣ ਕਰਕੇ ਵੱਡੇ ਭਾਰੀ ਲਾਹੇ ਪ੍ਰਾਪਤ ਕਰਨੇ, ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਦਿਓ ਸੱਜਣ ਅਸੀਸੜੀਆਂ ਜੋ ਸਾਹਿਬ ਸੇ ਮਿਲੋ। ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।